ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਵਤਰ ਐਨ ਪੈਰੰਗ ਤੇ ਇਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ। ਅਕਾਲ ਪੁਰਖ ਵਾਹਿਗੁਰੂ ਅੰਤਰਯਾਮੀ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਸਤਿਗੁਰੂ ਜੀ ਦੀ ਨਦਰ ਦਾ ਸਦਕਾ ਸਤਿਗੁਰਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤੱਲਣ ਵਿਖੇ ਸੰਧਿਆ ਦੇ ਸਜੇ ਹੋਏ ਦੀਵਾਨਾਂ ਵਿੱਚ ਆਪਾਂ ਸਭਨਾਂ ਨੇ ਜੁਗੋ ਜੁਗ ਅਟਲ ਗੁਰਤਾ ਗਦੀ ਤੇ ਸ਼ੋਭਾਇਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਪਹੁੰਚ ਕਰਕੇ ਦਰਸ਼ਨ ਦੀਦਾਰੇ ਕੀਤੇ ਹਨ। ਸੰਗੀਤ ਦੇ ਨਿਯਮਾਂ ਦੇ ਮੁਤਾਬਕ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਗੁਰੂ ਕੇ ਰਾਗੀ ਸਿੰਘਾਂ ਨੇ ਸੰਗਤਾਂ ਨੂੰ ਸਰਵਣ ਕਰਵਾਇਆ ਹੈ। ਰਹਿਰਾਸ ਸਾਹਿਬ ਜੀ ਦੇ ਪਾਠ ਸਤਿਕਾਰਯੋਗ ਗ੍ਰੰਥੀ ਸਿੰਘ ਸਾਹਿਬ ਜੀ ਦੇ ਪਾਸੋਂ ਆਪ ਜੀ ਨੇ ਸਰਵਣ ਕਰਕੇ ਆਨੰਦ ਮਾਣਿਆ ਹੈ। ਸਤਿਗੁਰੂ ਜੀ ਦੇ ਦਰ ਘਰ ਵਿਖੇ ਚੱਲ ਰਹੀ ਇਤਿਹਾਸ ਦੀ ਲੜੀਵਾਰ ਕਥਾ ਵਿੱਚ ਹੁਣ ਆਪਾਂ ਰਲ ਮਿਲ ਕੇ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ ਜੋ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੇ ਅਦਬ ਦੇ ਸਹਿਤ, ਬੜੀ ਭਾਵਨਾ ਦੇ ਸਹਿਤ ਅਜੋਕੇ ਸਮੇਂ ਵਿੱਚ 14 ਪੋਥੀਆਂ ਜੋ ਆਪਾਂ ਨੂੰ ਮਿਲਦੀਆਂ ਹਨ ਇਹਨਾਂ ਵਿੱਚ ਅੰਕਿਤ ਕੀਤਾ ਹੈ। ਵੈਸੇ 22 ਭਾਗ ਹਨ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ। ਸੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸੋਹਣਾ ਸੁੰਦਰ ਇਤਿਹਾਸ ਆਪਾਂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਸਰਵਣ ਕਰਦੇ ਆ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਖਣ ਦਿਸ਼ਾ ਨੂੰ ਜਾਂਦੇ ਜਾਂਦੇ ਬਾਦਸ਼ਾਹ ਬਹਾਦਰ ਸ਼ਾਹ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਉਸ ਨੂੰ ਦਰਸ਼ਨ ਕਰਨ ਹਿੱਤ ਆਗਰੇ ਵਿਖੇ ਪਹੁੰਚੇ ਹਨ। ਆਗਰੇ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਿਛਲੇ ਕਈ ਦਿਨਾਂ ਤੋਂ ਡੇਰਾ ਕੀਤਾ ਹੋਇਆ, ਕਿਉਂਕਿ ਬਹਾਦਰ ਸ਼ਾਹ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਰਾਜ ਭਾਗ ਦੀ ਬਖਸ਼ਿਸ਼ ਕੀਤੀ ਹੈ। ਇਹਦੇ ਭਰਾ ਤਾਰਾ ਆਜਮ ਨੂੰ ਸਤਿਗੁਰੂ ਜੀ ਨੇ ਆਪਣੇ 2 ਤੀਰਾਂ ਦੇ ਨਾਲ ਮੈਦਾਨੇ ਜੰਗ ਵਿੱਚ ਮਾਰ ਕੇ ਉਸ ਦੀ ਜਗ੍ਹਾ ਉੱਤੇ ਬਹਾਦਰ ਸ਼ਾਹ ਨੂੰ ਬਾਦਸ਼ਾਹ ਬਣਾਇਆ ਹੈ। ਸਤਿਗੁਰੂ ਜੀ ਦੇ ਦਰ ਘਰ ਦੇ ਉੱਤੇ ਸ਼ਰਧਾ ਭਾਵਨਾ ਕਰਕੇ ਬਹਾਦਰ ਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਚੁਮਾਸਾ ਹੈ, ਭਾਵ ਚੋਣ ਵਾਲੇ ਮਹੀਨੇ ਹਨ, ਵਰਖਾ ਪੈਣ ਵਾਲੇ ਮਹੀਨੇ ਸਾਉਣ ਅਤੇ ਭਾਦੋਂ। ਇਹਨਾਂ ਦਿਨਾਂ ਵਿੱਚ, ਇਹਨਾਂ ਮਹੀਨਿਆਂ ਵਿੱਚ ਬਾਰਿਸ਼ ਬਹੁਤ ਪੈ ਜਾਂਦੀ ਹੈ, ਜਿਸ ਕਰਕੇ ਰਾਹੀ ਪਾਂਧੀ ਸਾਰੇ ਹੀ ਰੁਕ ਜਾਂਦੇ ਹਨ। ਆਪ ਜੀ ਵੀ ਕਿਰਪਾ ਕਰਕੇ ਆਹ 2 ਮਹੀਨਿਆਂ ਦਾ ਸਮਾਂ ਆਗਰੇ ਵਿਖੇ ਹੀ ਸਾਡੇ ਕੋਲ ਇੱਥੇ ਦਰਸ਼ਨ ਦਿਓ, ਇੱਥੇ ਠਹਿਰੋ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦੀ ਬੇਨਤੀ ਪ੍ਰਵਾਨ ਕਰਕੇ ਰੁਕੇ ਹੋਏ ਹਨ। ਬੇਅੰਤ ਸੰਗਤਾਂ ਨਿੱਤਾਂ ਪ੍ਰਤੀ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਹਿੱਤ ਗੁਰੂ ਚਰਨਾਂ ਵਿੱਚ ਇਕੱਤਰ ਹੁੰਦੀਆਂ ਆਪੋ ਆਪਣੀ ਭਾਵਨਾ ਸੰਪੂਰਨ ਕਰਦੀਆਂ ਹਨ। ਬਾਦਸ਼ਾਹ ਬਹਾਦਰ ਸ਼ਾਹ ਵੀ ਕਦੇ ਕਦੇ ਆਪ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆ ਕੇ ਨਮਸਕਾਰ ਕਰਕੇ ਬਹਿੰਦਾ, ਵਿਚਾਰਾਂ ਸਰਵਣ ਕਰਦਾ ਹੈ। ਔਰ ਇਸੇ ਪ੍ਰਕਾਰ ਕਦੇ ਸਤਿਗੁਰੂ ਸਾਹਿਬ ਜੀ ਨੂੰ ਬੇਨਤੀ ਕਰਕੇ ਆਪਣੇ ਪਾਸ ਬੁਲਾ ਲੈਂਦਾ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇੱਕ ਦਿਨ
ਭਾਈ ਨੰਦ ਲਾਲ ਜੀ ਔਰ ਇਸੇ ਤਰ੍ਹਾਂ ਹਾਕਮ ਰਾਏ ਅਤੇ ਇੱਕ ਦੋ ਹੋਰ ਅਹਿਲਕਾਰ ਸਤਿਗੁਰੂ ਜੀ ਕੋਲ ਜਦੋਂ ਆਏ, ਸਤਿਗੁਰੂ ਜੀ ਇਹਨਾਂ ਨੂੰ ਚੇਤੇ ਕਰਵਾਉਂਦੇ ਹਨ ਕਿ ਭਾਈ ਬਾਦਸ਼ਾਹ ਬਣਨ ਤੋਂ ਪਹਿਲਾਂ ਬਹਾਦਰ ਸ਼ਾਹ ਨੇ ਤੁਹਾਨੂੰ ਸੁਨੇਹਾ ਦੇ ਕੇ ਸਾਡੇ ਕੋਲ ਭੇਜਿਆ ਸੀ ਕਿ ਮੇਰੀ ਮਦਦ ਕਰਕੇ ਮੇਰੀ ਜਾਨ ਬਖਸ਼ੀ ਕਰੋ, ਮੇਰਾ ਭਰਾ ਤਾਰਾ ਅੱਜ ਮੈਨੂੰ ਮਾਰ ਦੇਵੇਗਾ। ਸੋ ਅਸੀਂ ਉਹਦੀ ਜਾਨ ਦੀ ਵੀ ਰੱਖਿਆ ਕੀਤੀ ਤੇ ਆਪਣੇ ਕੀਤੇ ਹੋਏ ਵਚਨ ਅਨੁਸਾਰ ਉਹਦੇ ਭਰਾ ਤਾਰਾ ਅੱਜ ਨੂੰ ਮਾਰ ਕੇ ਅਸੀਂ ਉਸ ਨੂੰ ਰਾਜ ਭਾਗ ਦੇ ਵੀ ਮਾਲਕ ਬਣਾ ਦਿੱਤਾ ਹੈ। ਪਰ ਪਹਿਲਾਂ ਵਚਨ ਤੁਹਾਡੇ ਨਾਲ ਹੋਇਆ, ਤੁਸੀਂ ਜਾ ਕੇ ਬਾਦਸ਼ਾਹ ਨੂੰ ਦੱਸਿਆ ਕਿ ਜਦੋਂ ਰਾਜ ਭਾਗ ਦੇ ਉੱਤੇ ਬੈਠ ਜਾਵੇਗਾ ਤਾਂ ਸਾਡਾ ਇੱਕ ਵਚਨ ਪੂਰਾ ਕਰ ਦੇਵੇ। ਬਹਾਦਰ ਸ਼ਾਹ ਨੇ ਇਹ ਗੱਲ ਬੜੀ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਈ ਸੀ ਔਰ ਮੈਦਾਨੇ ਜੰਗ ਵਿੱਚ ਆਪਣੀਆਂ ਫੌਜਾਂ ਨੂੰ ਜਿੱਤਦਿਆਂ ਵੇਖ ਕੇ ਇੱਕ ਵਾਰੀ ਇਹਦੇ ਮਨ ਦੇ ਵਿੱਚ ਐਸੀ ਵੀ ਭਾਵਨਾ ਆ ਗਈ ਸੀ ਕਿ ਮੇਰੀਆਂ ਫੌਜਾਂ ਤਾਂ ਵੈਸੇ ਹੀ ਜਿੱਤ ਜਾਣਗੀਆਂ, ਸਤਿਗੁਰੂ ਜੀ ਪਤਾ ਨਹੀਂ ਕਿਹੜਾ ਵਚਨ ਕਰਨਗੇ, ਕਿਹੜਾ ਸਵਾਲ ਪਾਉਣਗੇ। ਜੇ ਸੌਖਾ ਹੋਇਆ ਤਾਂ ਪੂਰਾ ਕਰ ਦੇਵਾਂਗਾ, ਜੇ ਔਖਾ ਹੋਇਆ ਮੇਰੇ ਵਾਸਤੇ ਮੰਨਣਾ ਤਾਂ ਮੈਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਟਾਲ ਮਟੋਲ ਕਰ ਦੇਵਾਂਗਾ। ਉਸ ਵੇਲੇ ਸਤਿਗੁਰੂ ਜੀ ਦੀ ਮਦਦ ਤੇ ਨਹੀਂ ਸਨ ਪਹੁੰਚੇ। ਫਿਰ ਇਹਨੇ ਭਾਈ ਨੰਦ ਲਾਲ ਜੀ ਦਾ ਮੁਨਸ਼ੀ ਸੀ, ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਭੇਜਿਆ। ਗੁਰੂ ਘਰ ਦਾ ਵੀ ਸ਼ਰਧਾਲੂ ਸੀ। ਸਤਿਗੁਰੂ ਜੀ ਨੇ ਆਖਿਆ ਸਾਨੂੰ ਬਹਾਦਰ ਸ਼ਾਹ ਦੇ ਉੱਤੇ ਯਕੀਨ ਨਹੀਂ ਰਿਹਾ। ਅੰਤਰਜਾਮੀ ਸਤਿਗੁਰੂ ਜੀ ਨੇ ਉਹਦੇ ਹਿਰਦੇ ਦੀ ਗੱਲ ਜਾਣੀ ਕਿ ਇਹ ਮੁਕਰਨ ਦੀਆਂ ਵਿਚਾਰਾਂ ਮਨ ਵਿੱਚ ਸੋਚਦਾ। ਤਾਂ ਸਾਧ ਸੰਗਤ ਜੀ ਉਸ ਵੇਲੇ ਭਾਈ ਨੰਦ ਲਾਲ ਵੱਲੋਂ ਵਿਸ਼ਵਾਸ ਦਿਵਾਉਣ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਿਖਤੀ ਰੂਪ ਵਿੱਚ ਬਹਾਦਰ ਸ਼ਾਹ ਤੋਂ ਇਹ ਇਕਰਾਰਨਾਮਾ ਲਿਆ ਸੀ ਕਿ ਜਦੋਂ ਜੰਗ ਜਿੱਤ ਜਾਵੇਗਾ ਉਸ ਵੇਲੇ ਅਸੀਂ ਆਪਣਾ ਇੱਕ ਸਵਾਲ ਪਾਵਾਂਗੇ ਜਿਹੜਾ ਬਾਦਸ਼ਾਹ ਹਰ ਹਾਲਤ ਵਿੱਚ ਪੂਰਾ ਕਰੇਗਾ। ਸਤਿਗੁਰੂ ਜੀ ਨੇ ਇਹਨਾਂ ਨੂੰ ਚੇਤੇ ਕਰਵਾਇਆ। ਭਾਈ ਨੰਦ ਲਾਲ ਜੀ, ਹਾਕਮ ਰਾਏ ਜੀ ਔਰ ਬਹਾਦਰ ਸ਼ਾਹ ਦਾ ਮਾਮਾ ਜਿਹੜਾ ਆਇਆ ਸੀ ਸਾਡੇ ਕੋਲੇ, ਇਹ ਲਿਖਤੀ ਰੂਪ ਵਿੱਚ ਸਾਨੂੰ ਤੁਸੀਂ ਦੇ ਕੇ ਗਏ ਹੋ ਬਾਦਸ਼ਾਹ ਵੱਲੋਂ, ਪਰ ਉਹਨੇ ਹਲੇ ਤੱਕ ਚੇਤੇ ਨਹੀਂ ਕੀਤਾ ਆਪਣਾ ਜਿਹੜਾ ਵਚਨ ਸੀ। ਸਾਡੇ ਤੋਂ ਪੁੱਛਿਆ ਨਹੀਂ ਵੀ ਤੁਸੀਂ ਕੀ ਸਵਾਲ ਪਾਉਣਾ ਚਾਹੁੰਦੇ ਸੀ। ਇਹ ਕਹਿੰਦੇ ਮਹਾਰਾਜ ਗੱਲ ਤਾਂ ਤੁਹਾਡੀ ਠੀਕ ਹੈ, ਉਹਨੂੰ ਆਪ ਚੇਤੇ ਕਰਨਾ ਚਾਹੀਦਾ ਸੀ, ਅਸੀਂ ਤੁਹਾਡਾ ਸੁਨੇਹਾ ਜਾ ਕੇ ਦਿੰਦੇ ਹਾਂ। ਇਹਨਾਂ ਨੇ ਸੁਨੇਹਾ ਦੱਸਿਆ। ਅੱਗੋਂ ਬਹਾਦਰ ਸ਼ਾਹ ਵੀ ਕਹਿੰਦਾ ਜੀ ਠੀਕ ਹੈ, ਸਤਿਗੁਰੂ ਨੇ ਵਚਨ ਜਿਹੜਾ ਕੀਤਾ ਸੀ ਮੈਨੂੰ ਚੇਤੇ ਆ, ਕੱਲ ਨੂੰ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਬੁਲਾ ਲਵਾਂਗੇ, ਆਪਾਂ ਸਾਰੇ ਰਲ ਮਿਲ ਕੇ ਸੁਣ ਲਵਾਂਗੇ ਸਤਿਗੁਰੂ ਜੀ ਕੀ ਵਚਨ ਕਰਦੇ ਆ, ਕੀ ਕੰਮ ਕਰਾਉਣਾ ਚਾਹੁੰਦੇ ਹਨ। ਬਾਕੀ ਆਪਾਂ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਹੀ ਉਹ ਵਚਨ ਸਤਿਗੁਰੂ ਜੀ ਦਾ ਪੂਰਾ ਕਰਾਂਗੇ। ਪਤਾ ਨਹੀਂ ਸਤਿਗੁਰੂ ਜੀ ਨੇ ਕਿਤਨਾ ਕੁ ਕਠਿਨ ਵਚਨ ਕਹਿ ਦੇਣਾ ਹੈ ਤੇ ਹੋ ਸਕਦਾ ਮੇਰੇ ਤੋਂ ਪੂਰਾ ਨਾ ਹੋ ਸਕੇ। ਇਸ ਦੇ ਬਾਰੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ। ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਬੁਲਾਇਆ। ਸਤਿਗੁਰੂ ਸਾਹਿਬ ਜੀ ਆਏ, ਇਹਦੇ ਪੁੱਛਣ ਤੇ ਆਖਿਆ ਭਾਈ ਸਾਡਾ ਜਿਹੜਾ ਸਵਾਲ ਇਹ ਹੈ ਕਿ ਔਰੰਗਜ਼ੇਬ ਬਾਦਸ਼ਾਹ ਦੇ ਤੇਰੇ ਪਿਤਾ ਦੇ ਦਰਬਾਰ ਦੇ ਵਿੱਚ ਔਰ ਤੁਹਾਡੇ ਰਾਜ ਦੇ ਸੂਬੇ ਜਿਹੜੇ ਆ ਉਹਨਾਂ ਸਾਰਿਆਂ ਨੇ ਸਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਪੂਰੀ ਵਾਹ ਲਾਈ ਹੈ। ਤੇਰੇ ਪਿਤਾ ਨੇ ਜ਼ੁਲਮ ਕੀਤਾ, ਕਾਜ਼ੀਆਂ ਮੁਲਾਣਿਆਂ ਨੇ ਸ਼ਰ੍ਹਾ ਦੇ ਫਤਵੇ ਜਾਰੀ ਕੀਤੇ ਹਨ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਵਿਖੇ ਕਿੰਨੇ ਵਾਰੀ ਸਾਡੇ ਤੇ ਚੜ੍ਹ ਕੇ ਆਏ, ਚਮਕੌਰ ਦੀ ਜੰਗ ਲੜੀ, ਪਹਾੜੀ ਰਾਜਿਆਂ ਦੇ ਨਾਲ ਰਲ ਕੇ ਸਾਡਾ ਕਿੰਨਾ ਸਮਾਂ ਬਰਬਾਦ ਕੀਤਾ, ਕਿੰਨੀ ਸ਼ਕਤੀ ਖਰਾਬ ਕੀਤੀ ਹੈ ਔਰ ਸਾਨੂੰ ਅਨੰਦਪੁਰ ਸਾਹਿਬ ਤੋਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ। ਔਰ ਇਸੇ ਤਰ੍ਹਾਂ ਸਾਡੇ ਪਰਿਵਾਰ ਦਾ ਵਿਛੋੜਾ ਹੋਇਆ, ਚਮਕੌਰ ਵਿਖੇ ਜੰਗ ਲੜੀ ਗਈ, ਸਾਡੇ ਛੋਟੇ ਸਾਹਿਬਜ਼ਾਦੇ ਸਾਡੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਸਰਹੰਦ ਵਿਖੇ ਸ਼ਹੀਦ ਕੀਤਾ ਗਿਆ। ਸੋ ਜਿਨ੍ਹਾਂ ਨੇ ਆ ਸਾਰੇ ਜ਼ੁਲਮ ਕਮਾਏ ਐ ਤੇ ਹੋਰ ਸਾਧੂ ਮਹਾਤਮਾ ਦੇ ਉੱਤੇ, ਪੀਰ ਬੁੱਧੂ ਸ਼ਾਹ ਵਰਗਿਆਂ ਉੱਤੇ ਜ਼ੁਲਮ ਕੀਤੇ ਆ, ਹੋਰ ਹਿੰਦ ਵਾਸੀ ਸਾਧੂ ਮਹਾਤਮਾ ਦੇ ਉੱਤੇ ਜ਼ੁਲਮ ਕੀਤੇ, ਅਸੀਂ ਉਹਨਾਂ ਸਾਰਿਆਂ ਨੂੰ ਸਜ਼ਾ ਦੇਣਾ ਚਾਹੁੰਦੇ ਆ। ਤੇ ਤੇਰੇ ਨਾਲ ਸਾਨੂੰ ਕੰਮ ਇਹ ਹੈ ਵੀ ਤੂੰ ਉਹਨਾਂ ਸਾਰਿਆਂ ਨੂੰ ਸਾਨੂੰ ਇੱਕ ਵਾਰੀ ਗ੍ਰਿਫਤਾਰ ਕਰਵਾ ਦੇ, ਉਸ ਤੋਂ ਬਾਅਦ ਜਿਹੜੀ ਸਜ਼ਾ ਹੈ ਉਹ ਅਸੀਂ ਉਹਨਾਂ ਨੂੰ ਆਪ ਦੇਵਾਂਗੇ। ਜਦੋਂ ਬਹਾਦਰ ਸ਼ਾਹ ਨੇ ਸਤਿਗੁਰੂ ਜੀ ਦਾ ਇਹ ਵਚਨ ਸੁਣਿਆ ਨਾ, ਉਸ ਵੇਲੇ ਠਠੰਬਰ ਗਿਆ, ਭੈ ਭੀਤ ਹੋ ਗਿਆ, ਦਿਲ ਹੌਲ ਗਿਆ ਇਹਦਾ। ਮਨ ਵਿੱਚ ਸੋਚਦਾ
ਵੀ ਆਹ ਤਾਂ ਬਹੁਤ ਜੱਗੋਂ 13ਵੀਂ ਗੱਲ ਹੋ ਜਾਣੀ ਆ। ਜੇ ਮੈਂ ਸਤਿਗੁਰੂ ਜੀ ਦਾ ਬਚਨ ਮੰਨ ਕੇ ਇਸ ਤਰ੍ਹਾਂ ਕਰ ਦਿੱਤਾ ਤੇ ਮੈਂ ਨਵਾਂ ਬਾਦਸ਼ਾਹ ਬਣਿਆ, ਹੋ ਸਕਦਾ ਬਗਾਵਤ ਖੜੀ ਹੋ ਜਾਵੇ, ਸੂਬੇ ਹੀ ਰਲ ਕੇ ਮੇਰੇ ਤੇ ਹਮਲਾ ਕਰ ਦੇਣ, ਜਾਂ ਧਾਰਮਿਕ ਜਿਹੜੇ ਕਾਜੀ ਮੁਲਾਣੇ ਮੌਲਵੀ ਇਤਿਆਦਿਕ ਹੈ ਲੋਕ ਸਾਰੇ ਇਸਲਾਮ ਵਾਲੇ ਉਹਨਾਂ ਦੀ ਗੱਲ ਮੰਨਦੇ ਹੈ, ਕਿਤੇ ਉਹ ਨਾ ਮੇਰੇ ਵਿਰੁੱਧ ਬਗਾਵਤ ਖੜੀ ਕਰਾ ਦੇਣ, ਕਿਤੇ ਮੇਰਾ ਰਾਜ ਭਾਗ ਆ ਜਿਹੜਾ ਹੱਥੋਂ ਜਾਂਦਾ ਰਵੇ। ਐਸੀਆਂ ਸੋਚਾਂ ਮਨ ਵਿੱਚ ਸੋਚਦਾ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ, ਜੀ ਮੈਨੂੰ ਕੁਝ ਦਿਨਾਂ ਦੀ ਮੋਹਲਤ ਦਿਓ, ਸਮਾਂ ਦਿਓ, ਮੈਂ ਸੋਚ ਵਿਚਾਰ ਕੇ ਉੱਤਰ ਦੇਵਾਂਗਾ। ਸਤਿਗੁਰੂ ਜੀ ਦੇ ਕੋਲੋਂ ਇਹ ਕਹਿ ਕੇ ਉੱਠ ਕੇ ਆ ਗਏ ਕਿ ਬਹਾਦਰ ਸ਼ਾਹ, ਜਿਹੜਾ ਬਚਨ ਤੈਂ ਸਾਡੇ ਨਾਲ ਕੀਤਾ ਸੀ ਉਹਦੇ ਤੋਂ ਤੂੰ ਹੁਣ ਮੁੱਕਰਦਾ ਹੈ। ਇਹ ਕੋਈ ਚੰਗੀ ਗੱਲ ਨਹੀਂ ਹੈ ਜ਼ੁਬਾਨ ਤੋਂ ਮੁੱਕਰਨਾ। ਮਰਦਾਂ ਦੀ ਜ਼ੁਬਾਨ ਦਾ ਮੁੱਲ ਹੁੰਦਾ, ਜਿਹੜਾ ਆਪਣੀ ਜ਼ੁਬਾਨ ਤੋਂ ਮੁੱਕਰ ਜਾਵੇ ਉਹ ਮਰਦ ਨਹੀਂ ਹੁੰਦਾ। ਸਤਿਗੁਰੂ ਜੀ ਨੇ ਜ਼ਫਰਨਾਮੇ ਵਿੱਚ ਵੀ ਔਰੰਗਜ਼ੇਬ ਨੂੰ ਇਹੀ ਗੱਲ ਆਖੀ ਸੀ, ਔਰੰਗਜ਼ੇਬ ਆ ਤੇਰੇ ਕਾਜੀ ਮੁਲਾਣਿਆਂ ਨੇ ਤੇਰੇ ਕਹਿਣ ਦੇ ਉੱਤੇ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖ ਕੇ ਸਾਈਨ ਕਰਕੇ ਸਾਡੇ ਕੋਲ ਸਹੁੰ ਖਾਧੀਆਂ ਲੈ ਕੇ ਆਏ। ਆ ਪਹਾੜੀ ਰਾਜੇ ਪਰਮਾਨੰਦ ਪ੍ਰੋਹਤ ਵਰਗਿਆਂ ਨੂੰ ਵਕੀਲ ਦੂਤ ਬਣਾ ਕੇ ਭੇਜਿਆ, ਥਾਲੀ ਵਿੱਚ ਆਟੇ ਦੀ ਗਊ ਬਣਾ ਕੇ ਰੱਖੀ, ਨਾਲ ਛੁਰੀ ਰੱਖੀ। ਉਹਨਾਂ ਨੇ ਵੀ ਝੂਠੀਆਂ ਕਸਮਾਂ ਖਾਧੀਆਂ ਕਿ ਜੇ ਅਸੀਂ ਤੁਹਾਡੇ ਨਾਲ ਧਰੋ ਕਮਾਈਏ ਚੁੱਪਚਾਪ ਕਿਲਾ ਛੱਡ ਜਾਓ, ਸਾਡੀ ਇੱਜ਼ਤ ਰਹਿ ਜਾਵੇਗੀ। ਜੇ ਅਸੀਂ ਤੁਹਾਡੇ ਨਾਲ ਧੋਖਾ ਕਰਦੇ ਹਾਂ ਤਾਂ ਸਾਨੂੰ ਹਿੰਦੂਆਂ ਨੂੰ ਇਹ ਵੱਡੀ ਕਸਮ ਲੱਗੇ। ਆ ਛੁਰੀ ਨਾਲ ਰੱਖੀ ਵੀ ਅਸੀਂ ਆਪਣੇ ਹੱਥੀਂ ਇਹ ਗਊ ਮਾਰ ਦਿੱਤੀ ਹੈ। ਲੋਕਾਂ ਵਾਸਤੇ ਗਊ ਹੋਊਗੀ, ਸਾਡੇ ਵਾਸਤੇ ਇਹ ਮਾਂ ਹੈ। ਅਸੀਂ ਆਪਣੀ ਮਾਂ ਦਾ ਕਤਲ ਕਦਾਚਿਤ ਨਹੀਂ ਕਰ ਸਕਦੇ। ਪਰ ਸਾਧ ਸੰਗਤ ਜੀ ਬਾਅਦ ਵਿੱਚ ਉਹ ਜਿਵੇਂ ਮੁੱਕਰੇ ਸਾਰੇ ਆਪਾਂ ਨੂੰ ਪਤਾ। ਔਰ ਸਤਿਗੁਰੂ ਜੀ ਨੇ ਜ਼ਫਰਨਾਮੇ ਦੇ ਵਿੱਚ ਇਹ ਸਪਸ਼ਟ ਤੌਰ ਦੇ ਉੱਤੇ ਆਖਿਆ, ਕਹਿੰਦੇ ਔਰੰਗਜ਼ੇਬ ਅਸੀਂ ਮਰਦ ਉਹਨੂੰ ਮੰਨਦੇ ਹਾਂ ਕਿ ਜਿਸ ਦੇ ਜੋ ਜ਼ੁਬਾਨ ਤੇ ਹੋਵੇ ਉਹੀ ਗੱਲ ਮਨ ਵਿੱਚ ਹੋਵੇ, ਜੋ ਮਨ ਵਿੱਚ ਹੋਵੇ ਉਹੀ ਜ਼ੁਬਾਨੋਂ ਬਚਨ ਕਰੇ। ਜਿਹੜਾ ਜ਼ੁਬਾਨ ਵਿੱਚ ਕੁਝ ਹੋਰ ਕਹਿੰਦਾ ਤੇ ਢਿੱਡ ਵਿੱਚ ਗੱਲ ਹੋਰ ਰੱਖਦਾ, ਸਤਿਗੁਰੂ ਜੀ ਕਹਿੰਦੇ ਅਸੀਂ ਨੂੰ ਮਰਦ ਨਹੀਂ ਮੰਨਦੇ। ਹਮੂ ਮਰਦ ਬਾਇਦ ਸਵਦ ਸੁਖਨ ਵਰਨਾ ਸੀਖ ਮੇ ਦਿਗਰ ਦਰਦ ਹਾਨੇ ਦਿਗਰ। ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਜ਼ਫਰਨਾਮਾ। ਸਤਿਗੁਰੂ ਜੀ ਕਹਿੰਦੇ ਅਸੀਂ ਨਹੀਂ ਮੰਨਦੇ ਉਹਨੂੰ ਮਰਦ ਜਿਹੜਾ ਜ਼ੁਬਾਨੋਂ ਮੁੱਕਰਦਾ। ਤੇ ਸਾਧ ਸੰਗਤ ਜੀ ਸ਼ਾਸਤਰਾਂ ਦੇ ਵਿੱਚ ਵੀ ਐਸੇ ਬਹੁਤ ਪ੍ਰਮਾਣ ਹੈ, ਜਿਹੜਾ ਕੋਈ ਬੰਦਾ ਆਪਣੀ ਜ਼ੁਬਾਨੋਂ ਮੁੱਕਰਦਾ ਨਾ। ਬੜੇ ਸਾਧ ਸੰਗਤ ਜੀ ਪ੍ਰਮਾਣ ਮਿਲਦੇ ਆ। ਸ਼ਾਸਤਰਾਂ ਵਿੱਚ ਇੱਕ ਕਥਾ ਆਉਂਦੀ ਆ, ਕਹਿੰਦੇ ਇੱਕ ਰਾਜੇ ਦੀ ਰਾਣੀ ਬਾਹਰ ਖੁੱਲੇ ਵਿਹੜੇ ਦੇ ਵਿੱਚ ਬੈਠੀ ਸੀ। ਉੱਪਰੋਂ ਉੱਡ ਕੇ ਕਾਂ ਕੁਝ ਲੰਘੇ। ਹੁਣ ਕਾਵਾਂ ਨੇ ਕੁਦਰਤੀ ਜਾਨਵਰ ਉੱਡੇ ਜਾਂਦੇ, ਉਹਨਾਂ ਨੇ ਵਿਠ ਕਰ ਦਿੱਤੀ। ਜਦੋਂ ਵਿਸ਼ਟਾ ਕੀਤੀ ਇਹ ਰਾਣੀ ਦੇ ਸਿਰ ਵਿੱਚ ਆ ਕੇ ਵੱਜੀ। ਰਾਣੀ ਨੇ ਜਦੋਂ ਦੇਖਿਆ ਮੇਰੇ ਸਿਰ ਵਿੱਚ ਕਾਂ ਬਿੱਠ ਮਾਰ ਗਏ ਆ, ਤਾਂ ਸਾਧ ਸੰਗਤ ਰਾਣੀ ਤਾਂ ਉਸੇ ਵੇਲੇ ਲੰਮੀ ਪੈ ਗਈ। ਰਾਜਾ ਆ ਕੇ ਪੁੱਛਦਾ, ਰਾਣੀ ਕੀ ਗੱਲ ਹੋਈ, ਕੀ ਨਾਰਾਜ਼ਗੀ ਹੈ ਤੈਨੂੰ? ਕਹਿੰਦੀ ਨਾਰਾਜ਼ਗੀ ਤਾਂ ਮੈਨੂੰ ਤੇਰੇ ਨਾਲ ਹੈ। ਰਾਜਾ ਕਹਿੰਦਾ ਮੇਰੇ ਨਾਲ ਕਾਹਦੀ ਨਾਰਾਜ਼ਗੀ ਆ? ਕਹਿਣ ਲੱਗੀ ਤੂੰ ਹੋਵੇਂ ਇਸ ਦੇਸ਼ ਦਾ ਰਾਜਾ ਤੇ ਤੇਰੇ ਰਾਜ ਵਿੱਚ ਮੇਰੇ ਸਿਰ ਦੇ ਉੱਤੇ ਕਾਂ ਬਿੱਠਾ ਮਾਰ ਕੇ ਲੰਘਣ। ਮੈਂ ਤਾਂ ਨਹੀਂ ਤੈਨੂੰ ਰਾਜਾ ਮੰਨਦੀ। ਜਾਂ ਤਾਂ ਉਹਨਾਂ ਕਾਵਾਂ ਨੂੰ ਸਜ਼ਾ ਦੇ ਫੜ ਕੇ, ਤੇ ਨਹੀਂ ਮੈਂ ਤਾਂ ਮਰ ਜਾਊਂਗੀ। ਰਾਜਾ ਸਮਝਾਉਂਦਾ, ਕਹਿੰਦਾ ਭਲੀਏ ਲੋਕੇ ਉਹ ਜਾਨਵਰ ਹੈ, ਉਹਨਾਂ ਨੂੰ ਕੀ ਪਤਾ ਵੀ ਹੇਠਾਂ ਰਾਣੀ ਬੈਠੀ ਹੈ ਕਿ ਗੋਲੀ ਬੈਠੀ ਹੈ ਕਿ ਕੌਣ ਬੈਠਾ। ਉੱਪਰੋਂ ਲੰਘੇ ਉਹਨਾਂ ਨੇ ਵਿੱਠ ਮਾਰ ਦਿੱਤੀ। ਇਹਦੇ ਵਿੱਚ ਇੰਨਾ ਗੁੱਸੇ ਹੋਣ ਵਾਲੀ ਗੱਲ ਕਿਹੜੀ ਹੈ? ਕਹਿੰਦੀ ਨਾ ਮੈਂ ਤਾਂ ਮਰ ਜਾਊਂਗੀ। ਜਾਂ ਉਹਨਾਂ ਕਾਵਾਂ ਨੂੰ ਸਜ਼ਾ ਦੇ। ਕਹਿੰਦੀ ਮੈਂ ਸੁਣਿਆ ਵੀ ਕਾਂ ਜਿਹੜਾ ਨਾ ਉਹ ਸਭ ਤੋਂ ਸਿਆਣਾ ਜਾਨਵਰ ਹੁੰਦਾ। ਕਹਿੰਦੀ ਉਹਨਾਂ ਨੂੰ ਚੰਗਾ ਭਲਾ ਪਤਾ ਹੈ ਵੀ ਹੇਠਾਂ ਰਾਜੇ ਦੀ ਰਾਣੀ ਬੈਠੀ ਹੈ, ਜਾਣਬੁੱਝ ਕੇ ਮੇਰੀ ਹੱਦ ਤੱਕ ਕਰਕੇ ਗਏ ਆ, ਵਿੱਠ ਮਾਰ ਕੇ ਗਏ। ਰਾਜਾ ਬੜਾ ਸ਼ਸ਼ੋ ਪੰਜੇ ਵਿੱਚ ਪਿਆ। ਆਖਰ ਮਜਬੂਰੀ ਵਿੱਚ ਆਪਣੇ ਦਰਬਾਰ ਦੇ ਵਿੱਚ ਦਰਬਾਰੀਆਂ ਨੂੰ ਕਹਿੰਦਾ ਵੀ ਮੇਰੇ ਤੇ ਤਾਂ ਵਿਪਤਾ ਬਣ ਆਈ ਹੈ, ਘਰ ਵਾਲੀ ਨਹੀਂ ਮੰਨਦੀ। ਇਉਂ ਕਰੋ ਜਾਲ ਚੱਕੋ, ਸਾਰੇ ਜਿੰਨੇ ਕਾਂ ਫੜੇ ਜਾਂਦੇ ਆ ਨਾ ਮੇਰੇ ਰਾਜ ਭਾਗ ਦੇ ਵਿੱਚੋਂ ਸਾਰੇ ਕਾਂ ਗ੍ਰਿਫਤਾਰ ਕਰਕੇ ਜਾਲ ਵਿੱਚ ਫਸਾ ਕੇ ਲੈ ਆਓ। ਉਹ ਸਾਰੇ ਬੰਦੇ ਇਹਦੇ ਗਏ, ਕਾਂ ਇਕੱਤਰ ਕਰਕੇ ਲਿਆਏ ਜਾਲ ਦੇ ਵਿੱਚ ਫਸਾ ਕੇ। ਦੂਜੇ ਦਿਨ ਜਦੋਂ ਰਾਜੇ ਦਾ ਦਰਬਾਰ ਲੱਗਿਆ ਨਾ ਸਵੇਰ ਵੇਲੇ, ਬੰਨ ਕੇ ਜਾਲਾਂ ਦੇ ਵਿੱਚ ਰਾਜੇ ਦੇ ਦਰਬਾਰ ਦੇ ਵਿੱਚ ਸੈਂਕੜੇ ਕਾਂ ਇਹਦੇ ਸਿਪਾਹੀਆਂ ਨੇ ਲਿਆ ਰੱਖੇ।
ਹੁਣ ਕਾਂ ਸਾਹਮਣੇ ਬੈਠੇ ਹੋਏ ਨਾ ਊਂਘਦੇ ਆ, ਗਰਦਨ ਜੀ ਟੇਢੀ ਕਰਕੇ ਡਿੱਗ ਪੈਂਦੇ ਆ, ਜਿਵੇਂ ਬਹੁਤ ਨੀਂਦ ਆ ਰਹੀ ਹੋਵੇ। ਰਾਜਾ ਇਹਨਾਂ ਨੂੰ ਕਹਿੰਦਾ ਉਹ ਗੱਲ ਸੁਣੋ, ਤੁਸੀਂ ਕਹਿੰਦਾ ਮੁਜਰਮ ਹੈ, ਗੁਨਾਹ ਕੀਤਾ, ਮੁਲਜ਼ਮ ਹੈ ਮੇਰੀ ਅਦਾਲਤ ਦੇ, ਤੇ ਅਦਾਲਤ ਦੀ, ਮੇਰੇ ਦਰਬਾਰ ਦੀ, ਮੇਰੀ ਕਚਹਿਰੀ ਦੀ ਤੁਸੀਂ ਤੋਹੀਨ ਕਰਦੇ ਹੋ। ਬੰਦਿਆਂ ਵਾਂਗੂ ਸਿੱਧੇ ਖੜੇ ਹੋ, ਫੈਸਲਾ ਕਰਨਾ ਮੈਂ, ਜਿਵੇਂ ਦੋਸ਼ੀ ਖੜਦੇ ਆ ਉਵੇਂ ਖੜੋ। ਉਹ ਕਹਿੰਦੇ ਰਾਜਾ ਸਾਹਿਬ ਕੀ ਦੱਸੀਏ, ਹੁਣ ਕਹਿੰਦੇ ਨੀਂਦ ਹੀ ਬੜੀ ਆ ਰਹੀ ਆ, ਰਾਤ ਅਸੀਂ ਸੁੱਤੇ ਨਹੀਂ। ਕਹਿੰਦਾ ਕਿਉਂ, ਰਾਤ ਕਿਉਂ ਨਹੀਂ ਸੁੱਤੇ? ਕਹਿੰਦਾ ਜੀ ਤੁਸੀਂ ਕਿਰਪਾ ਹੀ ਬੜੀ ਕੀਤੀ, ਸਾਡੇ ਸਾਰੇ ਭਾਈਚਾਰੇ ਨੂੰ ਇਕੱਠਾ ਕਰ ਦਿੱਤਾ ਤੇ ਅਸੀਂ ਰਾਤ ਆਪਸ ਵਿੱਚ ਮਿਲ ਕੇ ਬਹੁਤ ਗੱਲਾਂ ਬਾਤਾਂ ਕੀਤੀਆਂ। ਉਹ ਕਹਿੰਦਾ ਵੀ ਕੀ ਗੱਲਾਂ ਬਾਤਾਂ ਕੀਤੀਆਂ? ਕਹਿੰਦੇ ਜੀ ਅਸੀਂ ਆਪਸ ਦੇ ਵਿੱਚ ਗੱਲਾਂ ਬਾਤਾਂ ਇਹ ਕੀਤੀਆਂ ਵੀ ਆਪਾਂ ਸਾਰਾ ਦਿਨ ਉੱਡਦੇ ਆਂ, ਦੁਨੀਆ ਉੱਪਰੋਂ ਆਕਾਸ਼ ਦੇ ਵਿੱਚੋਂ ਦੇਖਦੇ ਆਂ, ਵੀ ਆਪਾਂ ਗਿਣਤੀ ਤਾਂ ਕਰੀਏ ਨਾ, ਵੀ ਆਪਾਂ ਕਿੰਨੇ ਮਰਦ ਦੇਖੇ ਆ ਤੇ ਕਿੰਨੀਆਂ ਔਰਤਾਂ ਦੇਖੀਆਂ। ਰਾਜਾ ਕਹਿੰਦਾ ਫਿਰ ਕਹਿੰਦਾ ਕੀ ਫੈਸਲਾ ਹੋਇਆ, ਕੀ ਵਿਚਾਰਿਆ ਤੁਸੀਂ? ਉਹ ਕਹਿੰਦਾ ਜੀ ਅਸੀਂ ਇਹ ਫੈਸਲਾ ਕੀਤਾ, ਇਹ ਵਿਚਾਰਿਆ ਵੀ ਦੁਨੀਆ ਦੇ ਵਿੱਚ ਮਰਦ ਬਹੁਤ ਘੱਟ ਹੈ ਤੇ ਜ਼ਿਆਦਾ ਇਸਤਰੀਆਂ ਹੀ ਆ, ਜ਼ਿਆਦਾ ਜਨਾਨੀਆਂ ਹੀ ਆ। ਰਾਜਾ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ? ਮਰਦਾਂ ਦੀ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ ਤੇ ਬਰਾਬਰ ਵੀ ਹੋ ਸਕਦੀ ਹੈ, ਜਿੰਨੇ ਮਰਦ ਉਨੀਆਂ ਇਸਤਰੀਆਂ, ਪਰ ਇਸਤਰੀਆਂ ਜ਼ਿਆਦਾ ਨਹੀਂ ਹੋ ਸਕਦੀਆਂ। ਉਹ ਕਹਿੰਦੇ ਨਹੀਂ ਜੀ ਇਸਤਰੀਆਂ ਜ਼ਿਆਦਾ। ਕਹਿੰਦਾ ਕਿਵੇਂ, ਤੁਸੀਂ ਕਿਵੇਂ ਗਿਣਤੀ ਕੀਤੀ? ਕਹਿੰਦਾ ਜੀ ਰਾਜਾ ਸਾਹਿਬ ਵੈਸੇ ਤਾਂ ਸਰੀਰਕ ਪੱਖੋਂ ਦੇਖਿਆ ਜਾਵੇ ਤੇ ਮਰਦ ਇਸਤਰੀਆਂ ਸਾਰੇ ਹੀ ਬਰਾਬਰ ਹੈਗੇ ਆ, ਪਰ ਕਹਿੰਦੇ ਇਸਤਰੀਆਂ ਦੀ ਗਿਣਤੀ ਤਾਂ ਵੱਧ ਗਈ ਵੀ ਜਿਹੜੇ ਬੰਦੇ ਜਨਾਨੀਆਂ ਦੇ ਪਿੱਛੇ ਲੱਗਦੇ ਆ ਨਾ, ਉਹਨਾਂ ਦੀ ਮਾੜੀ ਕਹੀ ਹੋਈ ਗੱਲ ਦੇ ਵੀ ਪਿੱਛੇ ਲੱਗ ਕੇ ਸਾਰੇ ਕੰਮ ਕਰਦੇ ਆ, ਉਹਨਾਂ ਨੂੰ ਕਹਿੰਦੇ ਅਸੀਂ ਜਨਾਨੀਆਂ ਵਿੱਚ ਹੀ ਗਿਣਦੇ ਆ। ਰਾਜੇ ਨੂੰ ਗੱਲ ਸਮਝ ਆ ਗਈ ਵੀ ਮੇਰੇ ਤੇ ਤਰਕ ਕਰ ਰਹੇ ਆ। ਉਸੇ ਵੇਲੇ ਉਹਨੇ ਸੋਚਿਆ ਵੀ ਗੱਲ ਇਹਨਾਂ ਦੀ ਠੀਕ ਹੈ। ਸਿਪਾਹੀਆਂ ਨੂੰ ਕਹਿੰਦਾ ਵੀ ਛੱਡੋ ਇਹਨਾਂ ਨੂੰ, ਛੱਡ ਦਿਓ ਸਾਰਿਆਂ ਨੂੰ। ਸਾਰੇ ਉੱਡ ਗਏ। ਜਦੋਂ ਰਾਣੀ ਨੂੰ ਪਤਾ ਲੱਗਿਆ ਵੀ ਕਾਮਾਂ ਨੂੰ ਰਾਜੇ ਨੇ ਸਜ਼ਾ ਕੋਈ ਨਹੀਂ ਦਿੱਤੀ, ਉਹ ਫੇਰ ਕੱਪੜਾ ਲੈ ਕੇ ਪੈ ਗਈ ਮੂੰਹ ਤੇ। ਰਾਜਾ ਕਹਿੰਦਾ ਵੀ ਹੁਣ ਕੀ ਹੋ ਗਿਆ? ਕਹਿੰਦੀ ਰਾਜਾ ਮੈਂ ਤੇਰੀ ਹੋਵਾਂ ਰਾਣੀ ਤੇ ਮੇਰੀ ਹੱਦ ਤੱਕ ਕੀਤੀ ਹੋਵੇ, ਕਾਮਾਂ ਨੇ ਮੇਰੇ ਉੱਤੇ ਗਿੱਠਾ ਮਾਰ ਲੰਘਣ ਤੇ ਤੂੰ ਉਹਨਾਂ ਨੂੰ ਫੜ ਕੇ ਵੀ ਕੋਈ ਸਜ਼ਾ ਨਹੀਂ ਦਿੱਤੀ। ਇਹ ਕਿਹੜੀ ਗੱਲ ਹੋਈ? ਮੈਂ ਤਾਂ ਮਰ ਜਾਣਾ। ਜਦੋਂ ਆਹ ਗੱਲ ਫੇਰ ਹੋਈ, ਰਾਜੇ ਨੇ ਫੇਰ ਦਰਬਾਰ ਲਾ ਲਿਆ। ਸਿਪਾਹੀਆਂ ਨੂੰ ਸੱਦ ਕੇ ਕਹਿੰਦਾ ਵੀ ਐਂ ਕਰੋ, ਇੱਕ ਵਾਰੀ ਫੇਰ ਸਾਰੇ ਕਾਂ ਫੜ ਲਿਓ। ਉਹ ਗਏ, ਜਾਲ ਲਾਏ, ਸਾਰੇ ਕਾਂ ਇਕੱਠੇ ਕਰਕੇ ਲੈ। ਜਦੋਂ ਕਾਂ ਇਕੱਠੇ ਕਰਕੇ ਲਿਆਂਦੇ, ਦੂਜੇ ਦਿਨ ਸਵੇਰ ਨੂੰ ਜਦੋਂ ਕਚਹਿਰੀ ਲੱਗੀ, ਕਾਂ ਫੇਰ ਉਂਗਣ ਬੈਠੇ, ਉਂਗਣ ਤੇ ਡਿੱਗ ਪੈਣ, ਧੌਣ ਜੀ ਟੇਢੀ ਕਰਕੇ। ਰਾਜਾ ਕਹਿੰਦਾ ਵੀ ਉਸ ਦਿਨ ਤਾਂ ਤੁਸੀਂ ਗੱਲਾਂ ਬਾਤਾਂ ਕਰਦਿਆਂ ਰਾਤ ਲੰਘਾਤੀ, ਤੁਹਾਡਾ ਬਹਾਨਾ ਚੱਲ ਗਿਆ, ਤੇ ਅੱਜ ਕੀ ਹੋਇਆ? ਕਹਿੰਦੇ ਰਾਜਾ ਸਾਹਿਬ ਅੱਜ ਵੀ ਉਹੀ ਗੱਲ ਹੋਈ ਵੀ ਰਾਤ ਅਸੀਂ ਆਪਸ ਵਿੱਚ ਗੱਲਾਂ ਬਾਤਾਂ ਬਹੁਤ ਕੀਤੀਆਂ। ਉਹ ਕਹਿੰਦਾ ਵੀ ਇਹੋ ਜਿਹੀਆਂ ਕੀ ਜ਼ਰੂਰੀ ਗੱਲਾਂ ਬਾਤਾਂ, ਸਾਰੀ ਰਾਤ ਹੀ ਲੰਘਾ ਦਿੱਤੀ ਤੁਸੀਂ। ਕਹਿੰਦਾ ਰਾਜਾ ਸਾਹਿਬ ਰਾਤ ਜਿਹੜੀ ਸਾਡੀ ਗੱਲਬਾਤ ਹੋਈ ਆ ਨਾ, ਅਸੀਂ ਆਪਸ ਦੇ ਵਿੱਚ ਇਹ ਵਿਚਾਰ ਕੀਤੀ ਵੀ ਦੁਨੀਆ ਦੇ ਵਿੱਚ ਜਿੰਨੇ ਬੰਦੇ ਆ ਉਹਨਾਂ ਦੇ ਖਾਣ ਵਾਲੀ ਜਗ੍ਹਾ ਮੂੰਹ ਜ਼ਿਆਦਾ ਹੈ ਜਾਂ ਮਲ ਤਿਆਗਣ ਵਾਲੀਆਂ ਜਗ੍ਹਾ ਜ਼ਿਆਦਾ। ਤੇ ਕਹਿੰਦੇ ਫੈਸਲਾ ਅਸੀਂ ਇਹ ਕੀਤਾ ਵੀ ਮੂੰਹ ਤਾਂ ਬਹੁਤ ਘੱਟ ਲੋਕਾਂ ਦੇ ਆ, ਮਲ ਤਿਆਗਣ ਵਾਲੀਆਂ ਜਗ੍ਹਾ ਜ਼ਿਆਦਾ। ਉਹ ਰਾਜਾ ਕਹਿੰਦਾ ਵੀ ਇਹ ਕਿਹੜੀ ਗੱਲ ਹੋਈ ਵੀ ਜਿੰਨੇ ਮੂੰਹ ਉਹਨੇ ਮਲ ਤਿਆਗ ਦੇ ਰਸਤੇ ਹੋਣਗੇ। ਸਰੀਰ ਦੀਆਂ 9 ਗੋਲਕਾਂ, ਉਹਨਾਂ ਦੇ ਵਿੱਚੋਂ ਇੱਕ ਦੇ ਰਾਹੀਂ ਖਾਂਦੇ ਆ ਤੇ ਇੱਕ ਰਾਹੀਂ ਫੋਕਟ ਪਦਾਰਥ ਬਾਹਰ ਕੱਢਦੇ ਆ। ਕਹਿੰਦੇ ਇਹ ਕਿਵੇਂ ਹੋ ਸਕਦਾ ਵੀ ਮੂੰਹ ਘੱਟ ਹੋਣ ਤੇ ਮਲ ਤਿਆਗ ਰਸਤੇ ਜ਼ਿਆਦਾ ਹੋਣ? ਉਹ ਕਹਿੰਦੇ ਰਾਜਾ ਸਾਹਿਬ ਗੱਲ ਇਹ ਹੈ ਵੀ ਅਸੀਂ ਗਿਣਤੀ ਇਉਂ ਕੀਤੀ ਹੈ, ਵੈਸੇ ਤਾਂ ਸਾਰੇ ਮਨੁੱਖਾਂ ਦੇ ਕਹਿੰਦੇ ਸਰੀਰ ਦੇ ਅੰਗ ਬਰਾਬਰ ਹੀ ਹੁੰਦੇ ਆ, ਪਰ ਕਹਿੰਦੇ ਜਿਹੜਾ ਬੰਦਾ ਜ਼ਬਾਨ ਕਰਕੇ, ਆਪਣਾ ਬਚਨ ਕਰਕੇ ਜ਼ਬਾਨੋਂ ਮੁੱਕਰ ਜਾਏ ਨਾ, ਉਹਦਾ ਮੂੰਹ ਨਹੀਂ ਹੁੰਦਾ। ਕਹਿੰਦੇ ਉਹ ਵੀ ਮਲ ਤਿਆਗ ਦਾ ਰਸਤਾ ਹੀ ਹੁੰਦਾ। ਰਾਜੇ ਨੂੰ ਬੜੀ ਸ਼ਰਮ ਆਈ, ਉਸੇ ਵੇਲੇ ਥੂ ਕਰਕੇ ਥੁੱਕਣ ਲੱਗ ਪਿਆ। ਕਹਿੰਦਾ ਮੇਰਾ ਤਾਂ ਮੂੰਹ ਹੈ, ਮੈਂ ਤਾਂ ਆਪਣੀ ਜ਼ਬਾਨ ਦਾ ਪੱਕਾ। ਕਹਿੰਦਾ ਰਾਣੀ ਮਰਦੀ ਮਰ ਜੇ, ਛੱਡ ਦਿਓ ਇਹਨਾਂ ਨੂੰ। ਕਹਿੰਦਾ ਮੈਂ ਨਹੀਂ ਇਹਨਾਂ ਗੱਲਾਂ ਵਿੱਚ ਪੈਂਦਾ। ਸੋ ਭਾਈ ਜਿਹੜਾ ਬੰਦਾ ਜ਼ਬਾਨੋਂ ਮੁੱਕਰਦਾ ਨਾ, ਉਹਦਾ ਮੂੰਹ ਨਹੀਂ ਹੁੰਦਾ। ਫਿਰ ਇਉਂ ਸ਼ਾਸਤਰਾਂ ਦੇ ਵਿੱਚ ਸਮਝਾਉਣ ਹਿੱਤ ਇਹ ਕਹਾਣੀਆਂ, ਇਹ ਸਾਖੀਆਂ ਆਉਂਦੀਆਂ ਤਾਂ ਕਿ ਸੌਖਿਆਂ ਸਾਨੂੰ ਗੱਲ ਦੀ ਸਮਝ ਆ ਜਾਵੇ। ਅਸੀਂ ਕਦੇ ਕੀਤੇ ਹੋਏ ਬਚਨ ਤੋਂ ਮੁੱਕਰੀਏ ਨਾ। ਸਤਿਗੁਰੂ ਦੀ ਬਾਣੀ ਦਾ ਬਚਨ ਹੈ, ਬਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਕੱਚਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਤਾਂ ਕੱਚ ਪਿੱਚ ਬੋਲਦੇ ਆ। ਸੋਈ ਨਰ ਕੱਚਾ, ਉਹ ਤਾਂ ਕੱਚਾ ਮਨੁੱਖ ਹੁੰਦਾ, ਉਹ ਕੋਈ ਪੱਕਾ ਮਰਦ ਥੋੜੀ ਹੈ ਜਿਹੜਾ ਜ਼ਬਾਨੋਂ ਮੁੱਕਰਦਾ।
ਸੋ ਇਸੇ ਤਰ੍ਹਾਂ ਜਿਹੜਾ ਬਹਾਦਰ ਸ਼ਾਹ ਬਾਦਸ਼ਾਹ ਇਹ ਜਵਾਨੋਂ ਮੁੱਕਰ ਗਿਆ। ਮਹਾਰਾਜ ਨੇ ਵਚਨ ਕੀਤਾ ਸੀ ਵੀ ਤੁਹਾਡਾ ਸਵਾਲ ਪੂਰਾ ਕਰੂੰਗਾ, ਪਰ ਸਾਧ ਸੰਗਤ ਜਦੋਂ ਸਤਿਗੁਰੂ ਨੇ ਆਖਿਆ ਵੀ ਆ ਜਿੰਨੇ ਦੋਸ਼ੀ ਹੈ ਗੁਰੂ ਘਰ ਦੇ ਸਾਰੇ ਗ੍ਰਿਫਤਾਰ ਕਰਕੇ ਸਾਨੂੰ ਫੜਾ ਦੇ, ਅਸੀਂ ਇਹਨਾਂ ਨੂੰ ਸਜ਼ਾਵਾਂ ਦੇਵਾਂਗੇ। ਪਰ ਸਾਧ ਸੰਗਤ ਇਹ ਡਰ ਗਿਆ ਕਿਤੇ ਰਾਜ ਵਿੱਚ ਬਗਾਵਤ ਨਾ ਖੜੀ ਹੋ ਜਾਵੇ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਇਹਨੇ ਆਖਿਆ ਜੀ ਕੁਝ ਸਮਾਂ ਦਿਓ। ਮੰਤਰੀਆਂ ਨਾਲ ਸਲਾਹ ਕੀਤੀ, ਉਹ ਕਹਿੰਦੇ ਬਹਾਨਾ ਲਾ ਦੇ ਵੀ ਮਹਾਰਾਜ 1 ਸਾਲ ਦਾ ਸਮਾਂ ਦੇ ਦਿਓ, ਹਲੇ ਨਵਾਂ ਨਵਾਂ ਰਾਜ ਭਾਗ ਹੈ, ਸਾਰੇ ਮੇਰਾ ਸਿੱਕਾ ਪੂਰਾ ਚੱਲਿਆ ਨਹੀਂ, ਜੰਮਿਆ ਨਹੀਂ ਹੈ ਰਾਜ ਭਾਗ ਪੂਰਾ, ਹਲੇ ਤੱਕ ਤਾਂ ਮੈਂ ਸਾਰੇ ਸੂਬਿਆਂ ਨੂੰ ਮਿਲਿਆ ਹੀ ਨਹੀਂ, ਕਿਤੇ ਪਹਿਲਾਂ ਨਾ ਬਗਾਵਤ ਖੜੀ ਹੋ ਜਾਵੇ, ਇੱਕ ਸੂਬੇ ਨੂੰ ਫੜ ਲਿਆ ਬਾਕੀ ਮੇਰੇ ਤੇ ਹੱਲਾ ਕਰ ਦੇਣ। ਮਹਾਰਾਜ ਕਹਿੰਦੇ ਵੀ ਨਹੀਂ, ਤੇਰੀ ਮਰਦਾਂ ਵਾਲੀ ਗੱਲ ਨਹੀਂ, ਤੂੰ ਮੁੱਕਰ ਗਿਆ। ਜਦੋਂ ਤੂੰ ਅੱਜ ਵਚਨ ਨਹੀਂ ਪੂਰਾ ਕਰਦਾ, ਇਹੋ ਜਿਹਾ ਸਾਲ ਬਾਅਦ ਕਰੇਂਗਾ। ਸੋ ਸਤਿਗੁਰੂ ਜੀ ਇਹਦੇ ਨਾਲ ਨਾਰਾਜ਼ ਹੋ ਕੇ ਉੱਠ ਕੇ ਆ ਗਏ। ਇਹ ਬੋਲਿਆ ਨਾ, ਚੁੱਪਚਾਪ ਬੈਠਾ ਰਿਹਾ। ਪਰ ਚਿੰਤਾ ਮਨ ਵਿੱਚ ਬਹੁਤ ਹੈ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਰਾਜ਼ ਹੋ ਗਏ ਤੇ ਹੁਣ ਕਿਤੇ ਪਤਾ ਨਹੀਂ ਸਤਿਗੁਰੂ ਜੀ ਕੀ ਭਾਣਾ ਵਰਤਾਉਣ। ਇਹਨਾਂ ਦੀ ਕਿਰਪਾ ਨਾਲ ਰਾਜ ਭਾਗ ਮਿਲਿਆ ਸੀ, ਕਿਤੇ ਰਾਜ ਭਾਗ ਮੇਰੇ ਹੱਥੋਂ ਜਾਂਦਾ ਨਾ ਰਹੇ। ਇਉਂ ਕਈ ਦਿਨ ਇਹਨੇ ਚਿੰਤਾ ਵਿੱਚ ਬਿਤਾਏ। ਇੱਥੋਂ ਤੱਕ ਆਪਾਂ ਇਤਿਹਾਸ ਸਰਵਣ ਕਰ ਚੁੱਕੇ ਹਾਂ ਔਰ ਇਸ ਪ੍ਰਸੰਗ ਦੇ ਨਾਲ ਹੀ ਜਿਹੜਾ ਪਹਿਲਾ ਐਨ ਹੈ ਉਸ ਦੀ ਵੀ ਸਮਾਪਤੀ ਹੋ ਚੁੱਕੀ ਹੈ, ਜਿਹੜਾ ਦਖਣਾਇਣ ਹੈ। ਕਿਉਂਕਿ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਮੈਂ ਕੱਲ ਵੀ ਬੇਨਤੀ ਕੀਤੀ ਸੀ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਦੀਆਂ ਗਤੀਆਂ ਦੇ ਮੁਤਾਬਕ, ਸੂਰਜ ਦੀਆਂ ਅਵਸਥਾਵਾਂ ਦੇ ਮੁਤਾਬਕ ਇਹਨਾਂ ਪੋਥੀਆਂ ਦੀ ਰਚਨਾ ਕੀਤੀ ਹੈ। 22 ਭਾਗ ਹਨ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ। 6 ਰੁੱਤਾਂ ਹਨ, 12 ਰਾਸਾਂ, 12 ਸੰਗਰਾਂਦਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ। 12 ਮਹੀਨਿਆਂ ਵਿੱਚ ਸੂਰਜ 12 ਦਿਸ਼ਾਵਾਂ ਵਿੱਚੋਂ ਦੀ ਲੰਘਦਾ ਹੈ। ਜਿਸ ਦਿਨ ਸੂਰਜ ਆਪਣੀ ਗਤੀ ਬਦਲਦਾ, ਦਿਸ਼ਾ ਬਦਲਦਾ, ਰਾਸ ਬਦਲਦਾ ਜਾਂ ਕਹਿ ਲਓ ਘਰ ਬਦਲਦਾ, ਉਸ ਦਿਨ ਨੂੰ ਆਪਾਂ ਸੰਗਰਾਂਦ ਦਾ ਮਹੀਨਾ ਕਹਿੰਦੇ ਆ, ਦੇਸੀ ਮਹੀਨੇ ਦੀ 1 ਤਰੀਕ। ਸੋ 6 ਰੁੱਤਾਂ ਜਿਵੇਂ ਸੂਰਜ ਦੇ ਬਦਲਣ ਨਾਲ, ਰਸਤਾ ਬਦਲਣ ਨਾਲ ਆਉਂਦੀਆਂ, 2-2 ਮਹੀਨਿਆਂ ਦੀ 1 ਰੁੱਤ ਹੈ ਤੇ 12 ਰਾਸਾਂ, ਇਹ ਹੋ ਗਏ 18। ਇਸੇ ਪ੍ਰਕਾਰ ਜਦੋਂ ਸੂਰਜ ਚੜ੍ਹਦਾ, ਸਾਧ ਸੰਗਤ ਜੀ 6 ਮਹੀਨੇ ਦਖਣਾਇਣ ਦਿਸ਼ਾ ਵਿੱਚ ਚੱਲਦਾ ਤੇ 6 ਮਹੀਨੇ ਉਤਰਾਇਣ ਹੁੰਦਾ। 9 ਪੋਹ ਤੋਂ ਲੈ ਕੇ 9 ਹਾੜ ਤੱਕ ਦਾ ਜਿਹੜਾ ਸਮਾਂ, ਇਹ ਇੱਕ ਭਾਗ ਹੈ, ਇੱਕ ਆਇਨ ਹੈ। ਤੇ ਸਾਧ ਸੰਗਤ ਜੀ ਉਹ 9 ਪੋਹ ਤੋਂ ਬਾਅਦ 10 ਤੋਂ ਜਿਹੜਾ 8 ਪੋਹ ਤੱਕ ਦਾ, 9 ਹਾੜ ਤੋਂ ਲੈ ਕੇ 8 ਪੋਹ ਤੱਕ ਦਾ, ਇਹ ਇੱਕ ਭਾਗ ਹੈ। ਇਹ ਜਿਹੜਾ 9 ਪੋਹ ਤੋਂ ਉਤਰਾਇਣ ਸ਼ੁਰੂ ਹੋ ਜਾਂਦਾ ਤੇ 9 ਹਾੜ ਤੋਂ ਬਾਅਦ ਦਖਣਾਇਣ ਪੱਖ ਸ਼ੁਰੂ ਹੁੰਦਾ। ਇਸੇ ਤਰ੍ਹਾਂ ਭਾਈ ਸਾਹਿਬ ਜੀ ਨੇ ਵੀ ਇਹ 2 ਭਾਗ ਬਣਾ ਦਿੱਤੇ। ਜਿਸ ਤਰ੍ਹਾਂ ਸੂਰਜ ਚੜ੍ਹਦਾ, ਦੁਪਹਿਰ ਨੂੰ ਆ ਕੇ ਐਨ ਸਿਰ ਦੇ ਉੱਤੇ ਆ ਜਾਂਦਾ, ਉਦੋਂ ਦਿਨ ਦਾ ਅੱਧ ਹੋ ਜਾਂਦਾ। ਇੱਕ ਹੁੰਦਾ ਪੂਰਬਾਰਧ, ਇੱਕ ਹੁੰਦਾ ਉੱਤਰਾਰਧ। ਇਸੇ ਤਰ੍ਹਾਂ 2 ਭਾਗ ਬਣਾ ਦਿੱਤੇ ਸ੍ਰੀ ਨਾਨਕ ਪ੍ਰਕਾਸ਼। ਇੱਕ ਪੂਰਬਾਰਧ ਹੈ, ਇੱਕ ਉੱਤਰਾਰਧ ਹੈ। ਪੂਰਬਲਾ ਭਾਗ ਤੇ ਅਗਲਾ ਭਾਗ, ਜਿਵੇਂ ਦਿਨ ਦੇ 2 ਭਾਗ ਹੁੰਦੇ ਆ। ਦੋਵੇਂ ਇਹ ਗਿਣ ਲਓ, 2 ਐਨ 18 ਪਹਿਲਾਂ ਵਾਲੇ 22 ਹੋ ਗਏ ਭਾਗ। ਇਉਂ 22 ਭਾਗਾਂ ਵਿੱਚ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਲਿਖਿਆ ਗਿਆ। ਕਿਉਂਕਿ ਦਖਣਾਇਣ ਜੇ ਵਿੱਚ ਜਦੋਂ ਸੂਰਜ ਚੱਲਦਾ, ਦੱਖਣ ਦਿਸ਼ਾ ਵੱਲ ਨੂੰ ਚੱਲਦਾ ਰਹਿੰਦਾ ਹੌਲੀ ਹੌਲੀ, ਤੇ ਫਿਰ ਹੌਲੀ ਹੌਲੀ ਆਉਂਦਾ ਜਦੋਂ 9 ਹਾੜ ਆਉਂਦਾ ਨਾ, ਅੰਗਰੇਜ਼ੀ ਮਹੀਨਿਆਂ ਦੀ ਤਰੀਕ ਅਨੁਸਾਰ 21 ਜੂਨ ਨੂੰ ਆਪਾਂ ਮੰਨਦੇ ਹਾਂ ਕਿ ਸੂਰਜ ਬਿਲਕੁਲ ਸਿਰ ਦੇ ਉੱਤੇ ਆ। ਸਭ ਤੋਂ ਜ਼ਿਆਦਾ ਗਰਮ ਦਿਨ ਹੁੰਦਾ 21 ਜੂਨ ਦਾ। ਉਸ ਵੇਲੇ ਤੋਂ ਸਾਧ ਸੰਗਤ ਜੀ ਇਹ ਉਤਰਾਇਣ ਖਤਮ ਹੋ ਕੇ ਦਖਣਾਇਣ ਸ਼ੁਰੂ ਹੁੰਦਾ। ਤੇ ਇਸੇ ਪ੍ਰਕਾਰ ਸ੍ਰੀ ਗੁਰ ਪ੍ਰਤਾਪ ਸਤਿਗੁਰਾਂ ਦੇ ਤੇਜ ਪ੍ਰਤਾਪ ਦਾ ਜਿਹੜਾ ਸੂਰਜ ਹੈ, ਇਤਿਹਾਸ ਹੈ, ਉਹ ਕਵੀ ਜੀ ਨੇ ਇਹਨਾਂ 22 ਭਾਗਾਂ ਦੇ ਵਿੱਚ ਵੰਡਿਆ, ਜਿਹੜਾ 14 ਜਿਲਦਾਂ ਦੇ ਵਿੱਚ ਆਪਾਂ ਨੂੰ ਮਿਲਦਾ ਹੈ। ਸੋ 14ਵੀਂ ਜਿਲਦ ਚੱਲ ਰਹੀ ਹੈ ਔਰ ਗੁਰ ਇਤਿਹਾਸ ਦਾ ਇਹ 22ਵਾਂ ਤੇ ਅੰਤਮ ਭਾਗ ਹੈ। ਕਿਉਂਕਿ ਇਸ ਦੇ ਬਹੁਤ ਥੋੜੇ ਪ੍ਰਸੰਗ ਹੈ। ਥੋੜੇ ਪ੍ਰਸੰਗਾਂ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਸੱਚਖੰਡ ਪਿਆਨਾ ਕਰਨਗੇ ਔਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਜਰਨੈਲ ਬਣਾ ਕੇ ਪੰਜਾਬ ਦੀ ਧਰਤੀ ਉੱਤੇ ਭੇਜਣਗੇ। ਜਿਵੇਂ ਉਹ ਦੁਸ਼ਟਾਂ ਨੂੰ ਸੋਧੇਗਾ, ਉਸ ਤੋਂ ਬਾਅਦ ਇਤਿਹਾਸ ਦੀ ਸਮਾਪਤੀ ਹੋ ਜਾਣੀ ਹੈ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਸਮਾਪਤੀ ਹੋ ਜਾਣੀ ਹੈ। ਉਸ ਤੋਂ ਬਾਅਦ ਫਿਰ ਸਿੱਖਾਂ ਦਾ ਇਤਿਹਾਸ ਹੋਰ ਗ੍ਰੰਥਾਂ ਵਿੱਚ ਚੱਲਦਾ। ਪਰ ਸਭ ਤੋਂ ਜ਼ਿਆਦਾ ਵਿਸਥਾਰ ਵਿੱਚ ਔਰ ਆਨੰਦਮਈ
ਜੇ ਕੋਈ ਗ੍ਰੰਥ ਇਤਿਹਾਸ ਦਾ ਸਰੋਤ ਸਾਡੇ ਕੋਲ ਹੈ ਤੇ ਉਹ ਖਾਲਸਾ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ, ਜਿਸ ਦੀ ਕਥਾ ਸਾਡੇ ਸਾਰੇ ਹੀ ਇਤਿਹਾਸਕ ਸਥਾਨਾਂ ਉੱਤੇ, ਤਖਤ ਸਾਹਿਬਾਨਾਂ ਉੱਤੇ, ਵੱਡੇ ਵੱਡੇ ਗੁਰੂ ਘਰਾਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਜਗ੍ਹਾ ਤੇ ਹੁੰਦੀ ਹੈ। ਔਰ ਇੱਥੇ ਵੀ ਸਤਿਗੁਰੂ ਨੇ ਕਿਰਪਾ ਕੀਤੀ ਹੈ। ਬੜੇ ਲੰਬੇ ਸਾਲਾਂ ਤੋਂ ਆਪ ਜੀ ਸੁਣਦੇ ਆ ਰਹੇ ਹੋ, ਬਹੁਤ ਗਿਆਨੀ ਸਿੰਘਾਂ ਤੋਂ ਆਪ ਜੀ ਨੇ ਇਹ ਗੁਰ ਇਤਿਹਾਸ ਲਗਾਤਾਰ ਸੁਣਿਆ। ਸੋ ਹੁਣ ਇਸ ਗ੍ਰੰਥ ਦਾ ਅੰਤਮ ਭਾਗ 22ਵਾਂ ਭਾਗ ਦੂਜਾ ਆਇਨ ਉਤਰਾਇਣ ਚੱਲਿਆ, ਅੱਜ ਸ਼ੁਰੂ ਹੋ ਰਿਹਾ ਹੈ। ਜਿਵੇਂ ਇਹ ਕਥਾ ਆ ਰਹੀ ਹੈ, ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਰਵਰ ਪ੍ਰਸਾਦ। ਜਿਵੇਂ ਸਾਧ ਸੰਗਤ ਜੀ ਹਰ ਇੱਕ ਧਾਰਮਿਕ ਗ੍ਰੰਥ ਦੀ ਆਰੰਭਤਾ ਦੇ ਵੇਲੇ ਕੋਈ ਵੀ ਪੁਸਤਕ ਧਾਰਮਿਕ ਆਰੰਭ ਹੁੰਦੀ ਹੈ ਤੇ ਉੱਥੇ ਜਿਹੜਾ ਕਵੀ ਹੈ, ਜਿਹੜਾ ਲੇਖਕ ਹੈ, ਆਪਣਾ ਇਸ਼ਟਾ ਭਾਵ ਪ੍ਰਗਟ ਕਰਨ ਵਾਸਤੇ, ਆਪਣੀ ਸ਼ਰਧਾ ਭਾਵਨਾ ਆਪਣੇ ਇਸ਼ਟ ਪ੍ਰਤੀ ਪ੍ਰਗਟ ਕਰਨ ਵਾਸਤੇ ਮੰਗਲ ਉਚਾਰਨ ਕਰਦਾ ਪਹਿਲਾਂ। ਸੋ ਇੱਥੇ ਵੀ ਕਵੀ ਜੀ ਨੇ ਉਸੇ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਸਾਹਿਬ ਜੀ ਦੀ ਆਦ ਬਾਣੀ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲ ਉਚਾਰਨ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰਬਾਣੀ ਵਿੱਚ ਜਿਵੇਂ ਇਹ ਮੰਗਲ ਆਇਆ ਹੈ, ਇਨ ਬਿਨ ਉਸੇ ਪ੍ਰਕਾਰ ਭਾਈ ਸਾਹਿਬ ਜੀ ਨੇ ਇਹ ਮੰਗਲ ਇਹ 22ਵੇਂ ਭਾਗ ਦੇ ਵਿੱਚ ਦਖਣਾਇਣ ਦੀ, ਉਤਰਾਇਣ ਦੀ ਸ਼ੁਰੂਆਤ ਦੇ ਵਿੱਚ ਭਾਈ ਸਾਹਿਬ ਜੀ ਨੇ ਇਹ ਮੰਗਲ ਦਰਜ ਕੀਤਾ ਹੈ ਸਤਿਗੁਰਾਂ ਦੀ ਬਾਣੀ ਦਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦੁੱਤੀ ਹੈ, ਅਦਵੈਤ ਤੋਂ ਰਹਿਤ ਹੈ, ਜਿਹਦੇ ਵਿੱਚ ਦੂਜਾਪਣ ਨਹੀਂ ਹੈ, ਦੁਬਧਾ ਨਹੀਂ ਹੈ, ਉਹ ਇੱਕ ਵਾਹਿਗੁਰੂ ਹੈ। ਕਿਉਂਕਿ ਵਾਹਿਗੁਰੂ ਤੋਂ ਬਿਨਾਂ ਬਾਕੀ ਸਾਰਿਆਂ ਵਿੱਚ ਹੀ ਦਵੈਸ਼ ਹੈ। ਹਰੇਕ ਵਰਗਾ ਦੂਜਾ ਕੋਈ ਨਾ ਕੋਈ ਹੈ। ਪਰ ਗੁਰਮਤਿ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਦਰਸਾਇਆ ਹੈ, ਤਿਸ ਦੇ ਮੁਤਾਬਕ ਉਹ ਵਾਹਿਗੁਰੂ ਇੱਕ ਹੀ ਹੈ। ਭਾਵੇਂ ਕਿ ਹੋਰਨਾਂ ਮਤਾਂ ਦੇ ਵਿੱਚ, ਸਨਾਤਨ ਮਤ ਦੇ ਵਿੱਚ ਬਹੁਦੇਵਵਾਦ ਹੈ, ਪਰ ਗੁਰਮਤਿ ਵਿੱਚ ਬਹੁਦੇਵਵਾਦ ਨਹੀਂ। ਇੱਕ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰਨੀ, ਇਹ ਸਤਿਗੁਰੂ ਨੇ ਇਸ ਸਿਧਾਂਤ ਨਾਲ ਸਾਨੂੰ ਜੋੜਿਆ ਹੈ। ਜਿਵੇਂ ਸਨਾਤਨ ਮਤ ਵਾਲਿਆਂ ਦਾ ਤ੍ਰਿਦੇਵ ਦਾ ਸਿਧਾਂਤ ਹੈ, 3 ਮੁੱਖ ਦੇਵਤੇ ਉਹਨਾਂ ਨੇ ਮੰਨਿਆ, ਬ੍ਰਹਮਾ, ਵਿਸ਼ਨੂੰ, ਮਹੇਸ਼, ਤੇ ਅਗਾਂਹ ਤਾਂ ਇਹਨਾਂ ਦੇ ਸਮੇਤ 33 ਕਰੋੜ ਦੇਵੀ ਦੇਵਤੇ ਉਹਨਾਂ ਨੇ ਆਪਣੇ ਗਿਣੇ ਮਿੱਥੇ ਹੋਏ ਹੈ। ਪਰ ਗੁਰਮਤਿ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਉਪਾਸਨਾ ਕਰਨ ਦਾ ਜਿਹੜਾ ਇਹ ਪਰਮ ਸਿਧਾਂਤ ਸਤਿਗੁਰੂ ਜੀ ਨੇ ਆਪ ਵੀ ਰੱਖਿਆ, ਸਿੱਖਾਂ ਨੂੰ ਵੀ ਬਖਸ਼ਿਸ਼ ਕੀਤਾ ਹੈ। ਸੋ ਭਾਈ ਸਾਹਿਬ ਜੀ ਗੁਰਬਾਣੀ ਦਾ ਮੰਗਲ ਲਿਖ ਕੇ ਇਸ ਉਤਰਾਇਣ ਦੀ ਸ਼ੁਰੂਆਤ ਕਰਦੇ ਹਨ। ਇੱਕ ਜੋ ਅਦੁੱਤੀ ਹੈ, ਦਵੈਤ ਤੋਂ ਰਹਿਤ ਹੈ ਪ੍ਰਮਾਤਮਾ ਓੰਕਾਰ, ਜੋ ਸਰਬ ਦਾ ਪ੍ਰਕਾਸ਼ਕ ਹੈ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ ਕੀਤਾ ਹੋਇਆ, ਸਾਰਾ ਪਸਾਰਾ ਜਿਸ ਵਾਹਿਗੁਰੂ ਨੇ ਕੀਤਾ ਹੋਇਆ। ਔਰ ਸਤ ਜੋ ਤ੍ਰਈ ਕਾਲ ਆਬਾਦ ਹੈ, ਤਿੰਨੇ ਕਾਲਾਂ ਦੇ ਵਿੱਚ ਜਿਹਦਾ ਨਾਸ਼ ਨਹੀਂ ਹੁੰਦਾ, ਹਮੇਸ਼ਾ ਸਤ ਹੈ। ਦ੍ਰਿਸ਼ਟੀ ਵਿੱਚ ਆਉਣ ਵਾਲੀਆਂ ਸਾਰੀਆਂ ਚੀਜ਼ਾਂ ਨਾਸ਼ਵੰਤ ਹੈ, ਪਰ ਉਹ ਵਾਹਿਗੁਰੂ ਸਤ ਹੈ ਇਕੱਲਾ। ਔਰ ਗੁਰ ਕਹੀਏ ਜੋ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰ ਦੇਣ ਵਾਲਾ, ਔਰ ਰੂਹ ਕਹੀਏ ਪ੍ਰਕਾਸ਼ ਵਿੱਚ ਸਿੱਖ ਨੂੰ ਲੈ ਜਾਣ ਵਾਲਾ। ਸੋ ਇਸੇ ਪ੍ਰਕਾਰ ਸਤ ਜੋ ਸਤ ਸਰੂਪ ਹੈ, ਗੁਰ ਕਹੀਏ ਚੇਤਨ ਸਰੂਪ ਹੈ, ਔਰ ਪ੍ਰਸਾਦ ਜੋ ਆਨੰਦ ਸਰੂਪ ਹੈ, ਸਤ ਚਿਤ ਆਨੰਦ ਸਰੂਪ ਜਿਹੜਾ ਵਾਹਿਗੁਰੂ ਹੈ, ਉਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ। ਇਸੇ ਪ੍ਰਕਾਰ ਸੁਲੇਖਾ ਅਲੰਕਾਰ ਦੇ ਮੁਤਾਬਕ ਜੋ ਇੱਕ ਅਦੁੱਤੀ ਪਾਰ ਬ੍ਰਹਮ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸੋ ਸਭ ਨੂੰ ਪ੍ਰਕਾਸ਼ ਕਰਨ ਵਾਲੇ ਉਸ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਉਹ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਗੇ ਜੋ ਮੰਗਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੀ ਗੁਰਬਾਣੀ ਦੇ ਵਿੱਚ ਬਹੁਤਾਤ ਕਰਕੇ ਵਰਤਿਆ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਜੋ ਸ਼ੋਭਾਇਮਾਨ ਸ਼ੋਭਾਵਾਨ ਹੈ, ਵਾਹਿਗੁਰੂ ਜੋ ਵਾਹਿ ਕਹੀਏ ਅਸਚਰਜ ਰੂਪ ਹੈ, ਜਿਸ ਦੇ ਕੌਤਕਾਂ ਨੂੰ ਵੇਖ ਕੇ ਆਪਾਂ ਵਾਹ ਵਾਹ ਕਰਦੇ ਹਾਂ, ਉਹ ਵਾਹਿਗੁਰੂ ਹੈ। ਸੋ ਉਸ ਵਾਹਿਗੁਰੂ ਜੀ ਕੀ ਫਤਿਹ, ਜਿੱਥੇ ਕਿਤੇ ਉਹ ਵਾਹਿਗੁਰੂ ਜੀ ਦੀ ਹੀ ਫਤਿਹ ਹੋ ਰਹੀ ਹੈ। ਔਰ ਇਸੇ ਪ੍ਰਕਾਰ ਦੂਜਾ ਅਰਥ ਕਰਾਂਗੇ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਉਹ ਸ਼੍ਰੋਮਣੀ ਅਸਚਰਜ ਜਿਹੜਾ ਮਾਲਕ ਹੈ, ਵਾਹਿਗੁਰੂ ਹੈ, ਗੁਰੂ ਹੈ, ਉਹ ਅਕਾਲ ਪੁਰਖ ਜੀ ਕੀ ਫਤਿਹ, ਜਿਨੇ ਉਸ ਗੁਰੂ ਨੂੰ ਵਾਹ ਵਾਹ ਆਖਿਆ, ਜਿਨੇ ਉਸ ਗੁਰੂ ਦੀ ਉਸਤਤ ਕੀਤੀ, ਉਹਨੇ ਜੀ ਕੀ ਫਤਿਹ, ਉਸ ਜੀਵ ਦੀ ਫਤਿਹ ਕਰਾਉਂਦਾ। ਹਰ ਜਗ੍ਹਾ ਦੇ ਉੱਤੇ ਉਸ ਜੀਵ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਕਾਮਯਾਬੀ, ਸਫਲਤਾ, ਫਤਿਹ ਬਖਸ਼ਿਸ਼ ਕਰਦਾ ਹੈ। ਆਪ ਕਹੀਏ ਹੁਣ, ਭਾਵ ਦੋਵੇਂ ਮੰਗਲ ਉਚਾਰਨ ਕਰਨ ਤੋਂ ਬਾਅਦ ਹੁਣ ਉਤਰ ਐਨ ਪ੍ਰਾਰੰਭ ਤੇ, ਪ੍ਰਾਰੰਭ ਤੇ ਪ੍ਰਾਨਾਮ ਵਿਸ਼ੇਸ਼ ਕਰਕੇ ਆਰੰਭ ਤੇ ਸ਼ੁਰੂਆਤ ਕਰ ਰਹੇ ਹਾਂ। ਕਹਿੰਦੇ ਅਸੀਂ ਉਤਰ ਐਨ ਦੀ ਇਸ 22ਵੇਂ ਭਾਗ ਦੀ ਸਤਿਗੁਰਾਂ ਦੇ ਇਤਿਹਾਸ ਦੀ ਆਰੰਭਤਾ ਕਰ ਰਹੇ ਹਾਂ। ਸੰਕੇਤ ਮਰਿਆਦਾ ਦਾ ਮੰਗਲ, ਸੋ ਕਵੀ ਜੀ ਵੱਲੋਂ ਸੰਕੇਤਕ ਰੂਪ ਦੇ ਵਿੱਚ ਮਰਿਆਦਾ ਅਨੁਸਾਰ ਜਿਹੜਾ ਮੰਗਲ ਕੀਤਾ ਗਿਆ ਹੈ, ਉਹ ਮੰਗਲ ਅੱਗੇ ਆ ਰਿਹਾ ਹੈ। ਕਿਉਂਕਿ ਸਾਰੇ ਕਵੀ ਜਨਾਂ ਦਾ ਇਹ ਸਾਧ ਸੰਗਤ ਜੀ ਇੱਕ ਨਿਯਮ ਹੈ, ਇੱਕ ਮਰਿਆਦਾ ਹੈ। ਜਦੋਂ ਵੀ ਉਹ ਆਪਣੀ ਕਿਸੇ ਰਚਨਾ ਦੀ ਆਰੰਭਤਾ ਕਰਦੇ ਆ ਤਾਂ ਸਭ ਤੋਂ ਪਹਿਲਾਂ ਸਰਸਵਤੀ ਦੇਵੀ ਦਾ ਆਰਾਧਨ ਕਰਦੇ ਆ, ਕਿਉਂਕਿ ਸਰਸਵਤੀ ਨੂੰ ਵਿਦਿਆ ਦੀ ਦਾਤੀ, ਕਵਿਤਾ ਦੀ ਦਾਤੀ ਮੰਨਿਆ ਗਿਆ ਹੈ। ਇਸ ਕਰਕੇ ਮਰਿਆਦਾ ਪੁਰਸ਼ੋਤਮ ਭਾਈ ਸੰਤੋਖ ਸਿੰਘ ਜੀ ਵੀ ਉਹਨਾਂ ਕਵੀਆਂ ਵਾਲਾ ਸਾਰਾ ਨਿਯਮ ਨਿਭਾਉਂਦੇ ਆ। ਇੱਥੇ ਇਹ ਨਹੀਂ ਸੋਚਣਾ ਕਿ ਭਾਈ ਸਾਹਿਬ ਜੀ ਸਰਸਵਤੀ ਦਾ ਮੰਗਲ ਕਿਉਂ ਕਰਦੇ ਆ, ਉਹ ਤਾਂ ਗੁਰੂ ਦਾ ਸਿੱਖ ਹੈ। ਨਹੀਂ ਭਾਈ, ਇਹ ਕਾਵ ਦੀ ਜਿਹੜੀ ਮਰਿਆਦਾ ਉਸ ਨੂੰ ਮੁੱਖ ਰੱਖ ਕੇ ਭਾਈ ਸਾਹਿਬ ਨੇ ਲਿਖਿਆ। ਕਾਵ ਦੀ ਮਰਿਆਦਾ ਪੂਰੀ ਕਰ ਰਹੇ ਆ ਕੇਵਲ, ਇਹ ਨਹੀਂ ਕਿ ਸਰਸਵਤੀ ਉਹਨਾਂ ਦੀ ਇਸ਼ਟ ਬਣ ਗਈ। ਨਹੀਂ, ਇਸ਼ਟ ਦੇਵ ਦਾ ਮੰਗਲ ਉਹ ਪਹਿਲਾਂ ਕਰ ਚੁੱਕੇ ਆ, ਬਾਅਦ ਵਿੱਚ ਕਵੀਆਂ ਦੀ ਮਰਿਆਦਾ ਨੂੰ ਨਿਭਾ ਰਹੇ ਆ। ਸੋ ਇਸ ਪ੍ਰਕਾਰ ਕਵੀ ਮਰਿਆਦਾ ਦਾ ਜਿਹੜਾ ਮੰਗਲ ਭਾਈ ਸਾਹਿਬ ਜੀ ਕਰਦੇ ਹਨ। ਜਗਰਾਨੀ ਮਾਨੀ ਸੁਰਨਾ, ਉਹ ਸਰਸਵਤੀ ਦੇਵੀ ਜਿਹਨੂੰ ਆਪਾਂ ਸਾਰੇ ਜਾਣਦੇ ਆ, ਤੇ ਬਹੁਤੇ ਲੋਕ ਇਹਨੂੰ ਹਿੰਦੂਆਂ ਦੀ ਦੇਵੀ ਕਹਿੰਦੇ ਆ, ਪਰ ਨਹੀਂ ਭਾਈ, ਉਹ ਕਵੀਆਂ ਦੀ ਦੇਵੀ ਹੈ, ਕਵਿਤਾ ਦੀ ਦਾਤੀ ਹੈ। ਕਹਿੰਦੇ ਜਿਹੜੀ ਜਿਸ ਨੂੰ ਸਾਰੇ ਜਗਤ ਦੀ ਰਾਣੀ ਮੰਨਿਆ ਜਾਂਦਾ ਹੈ, ਸਾਰਿਆਂ ਵੱਲੋਂ ਜਿਸ ਨੂੰ ਮਾਨਤਾ ਪ੍ਰਾਪਤ ਹੈ, ਤੇ ਸੁਰਨ ਕਹੀਏ ਦੇਵਤੇ ਵੀ ਜਿਸ ਨੂੰ ਮੰਨਦੇ ਹਨ। ਸੁਖਦਾਨੀ ਨਿਰਦਾਸ, ਔਰ ਜਿਹੜੀ ਸੁੱਖਾਂ ਦੀ ਦਾਤੀ ਹੈ, ਆਪਣੇ ਸੇਵਕਾਂ ਦਾਸਾਂ ਨੂੰ ਸੁੱਖ ਬਖਸ਼ਣ ਵਾਲੀ ਹੈ। ਪੂਰਨ ਕੀਨਸ ਗ੍ਰੰਥ ਕੋ, ਕਵੀ ਜੀ ਕਹਿੰਦੇ ਮੈਂ ਹੁਣ ਇਸ ਗ੍ਰੰਥ ਨੂੰ ਪੂਰਿਆਂ ਕਰ ਰਿਹਾ ਹਾਂ, ਕਿਉਂਕਿ ਕਵੀ ਜੀ ਨੂੰ ਪਤਾ ਹੈ ਕਿ ਮੈਂ ਆਹ ਪੋਥੀ ਲਿਖ ਕੇ ਇਤਿਹਾਸ ਦੀ ਸਮਾਪਤੀ ਕਰ ਦੇਣੀ ਹੈ। ਇਸ ਕਰਕੇ ਉਹਨਾਂ ਨੇ ਆਰੰਭਤਾ ਵਿੱਚ ਇਹ ਜ਼ਿਕਰ ਕਰ ਦਿੱਤਾ ਕਿ ਮੈਂ ਇਹ ਗ੍ਰੰਥ ਇੱਥੇ ਪੂਰਨ ਕਰਨ ਲੱਗਿਆ ਹਾਂ। ਔਰ ਮੇਰੇ ਇਸ ਗ੍ਰੰਥ ਨੂੰ ਸੰਪੂਰਨ ਕਰਨ ਦੇ ਲਈ ਮੇਰੀ ਰਚਨਾ ਉੱਤੇ, ਕਵੀ ਸੰਤੋਖ ਸਿੰਘ ਜੀ ਦੀ ਰਚਨਾ ਉੱਤੇ, ਉਹ ਦੇਵੀ ਸਰਸਵਤੀ ਵਿਦਿਆ ਦੀ ਦਾਤੀ, ਕਵਿਤਾ ਦੀ ਦਾਤੀ ਆ ਕੇ ਵਾਸ ਕਰੇ। ਇਹ ਕਵੀਆਂ ਦੀ ਮਰਿਆਦਾ ਅਨੁਸਾਰ ਮੰਗਲ ਕੀਤਾ ਹੈ, ਆਪਾਂ ਇਹ ਅਰਥ ਕਰ ਸਕਦੇ ਹਾਂ। ਪਰ ਜੋ ਗੁਰਮਤ ਅਨੁਸਾਰ ਜੇਕਰ ਆਪਾਂ ਇਸ ਦੇ ਅਰਥ ਕਰੀਏ ਤਾਂ ਦੁਬਾਰਾ ਪੜੋ ਜੀ, ਦੋਹਰਾ ਸਾਰਾ। ਜਗਰਾਨੀ ਮਾਨੀ ਸੁਰਨਾ, ਜਗਤ ਦੀ ਜਿਹੜੀ ਰਾਣੀ ਹੈ, ਦੁਨੀਆ ਵਿੱਚ ਬਾਣੀਆਂ ਬਹੁਤ ਹਨ। ਕੇਤੀਆ ਖਾਣੀ, ਕੇਤੀਆ ਬਾਣੀ, ਬਹੁਤ ਬਾਣੀਆਂ ਹਨ। ਵੇਦ ਬਾਣੀ ਹੈ, ਸ਼ਾਸਤਰ ਬਾਣੀ ਹੈ, ਕੁਰਾਨ ਬਾਣੀ ਹੈ, ਪੁਰਾਨ ਬਾਣੀ ਹੈ, ਹੋਰ ਬਹੁਤ ਸਾਰੀਆਂ ਬਾਣੀਆਂ। ਆਪਾਂ ਮੁੱਖੋਂ ਜਿਹੜਾ ਵੀ ਬਚਨ ਬੋਲਦੇ ਉਹ ਬਾਣੀ ਹੀ ਬੋਲ ਰਹੇ ਹਨ। ਬਾਣੀਆਂ ਬਹੁਤ ਹਨ ਦੁਨੀਆ ਵਿੱਚ, ਪਰ ਜਿਹੜੀ ਜਗਤ ਦੀ ਰਾਣੀ ਬਾਣੀ ਹੈ ਉਹ ਗੁਰਬਾਣੀ ਹੈ। ਕਿਉਂਕਿ ਬਾਣੀਆਂ ਤਾਂ ਬਹੁਤ ਹੈ, ਸਾਰੇ ਧਰਮ ਗ੍ਰੰਥਾਂ ਦੇ ਵਿੱਚ ਬਾਣੀਆਂ ਹੀ ਲਿਖੀਆਂ ਹੋਈਆਂ, ਪਰ ਸਾਧ ਸੰਗਤ ਜੀ ਇਹ ਜਗ ਜ਼ਾਹਿਰ ਗੱਲ ਹੈ ਔਰ ਸਿੱਖਾਂ ਵਾਸਤੇ ਮਾਣ ਵਾਲੀ ਗੱਲ ਹੈ, ਸਾਡੇ ਸਾਰਿਆਂ ਵਾਸਤੇ ਮਾਣ ਵਾਲੀ ਗੱਲ ਹੈ। ਜਿਹੜੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਉੱਤੇ ਸ਼ਰਧਾ ਭਾਵਨਾ ਰੱਖਦੇ ਐ। ਬਾਣੀਆਂ ਤਾਂ ਬਹੁਤ ਹਨ ਪਰ ਗੁਰਬਾਣੀ ਇੱਕੋ ਹੀ ਹੈ।
ਬਾਣੀਆਂ ਸਿਰ ਬਾਣੀ ਜਿਹੜੀ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਹੈ। ਇਸ ਕਰਕੇ ਇਹਨੂੰ ਜਗਤ ਦੀ ਰਾਣੀ ਆਖਿਆ ਗਿਆ। ਇਸ ਬਾਣੀ ਨੂੰ ਜੁਗੋ ਜੁਗ ਅਟਲ ਗੁਰੂ ਹੋਣ ਦਾ ਇਸੇ ਬਾਣੀ ਨੂੰ ਮਾਣ ਪ੍ਰਾਪਤ ਹੈ। ਬਾਕੀ ਧਰਮ ਗ੍ਰੰਥ ਜਿਹੜੇ ਆ ਸਤਿਕਾਰਯੋਗ ਹੈ, ਚਾਹੇ ਵੇਦ ਹੈ, ਪੁਰਾਣ ਹੈ, ਸਿਮਰਤੀਆਂ, ਗੀਤਾ ਹੈ, ਕੁਰਾਨ ਸ਼ਰੀਫ ਹੈ, ਕੁਰਾਨ ਮਜੀਦ ਹੈ, ਅੰਜੀਲ ਹੈ, ਜੰਬੂਰ ਹੈ, ਤੌਰੇਤ ਹੈ, ਸਾਰੇ ਧਰਮ ਗ੍ਰੰਥ ਸਤਿਕਾਰਯੋਗ ਹੈ, ਉਹਨਾਂ ਦੀ ਬਾਣੀ ਸਤਿਕਾਰਯੋਗ ਹੈ। ਪਰ ਗੁਰੂ ਪਿਆਰਿਓ, ਜੇ ਕਿਸੇ ਬਾਣੀ ਨੂੰ ਗੁਰਤਾ ਗੱਦੀ ਪ੍ਰਾਪਤ ਹੈ ਤਾਂ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਨੂੰ ਹੈ। ਤੇ ਕਵੀ ਜੀ ਇੱਥੇ ਕਹਿ ਰਹੇ ਆ, ਜਗ ਰਾਣੀ ਮਾਨੀ ਸੁਰਨ, ਕਹਿੰਦੇ ਜਿਹੜੇ ਜਗਤ ਦੀ ਰਾਣੀ ਹੈ, ਜਗਤ ਵਿੱਚੋਂ ਸਾਰਿਆਂ ਤੋਂ ਜਿਹੜੀ ਸ੍ਰੇਸ਼ਟ ਬਾਣੀ ਹੈ, ਔਰ ਜਿਸ ਬਾਣੀ ਨੂੰ ਦੇਵਤੇ ਵੀ ਮੱਥਾ ਟੇਕਦੇ ਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਦੇਵਤੇ ਵੀ ਆ ਕੇ ਨਮਸਕਾਰਾਂ ਕਰਦੇ ਆ। ਜਿਸ ਵੇਲੇ ਸ੍ਰੀ ਰਾਮਸਰ ਸਾਹਿਬ ਦੀ ਧਰਤੀ ਉੱਤੇ ਆਦ ਬਾਣੀ ਪੋਥੀ ਪਰਮੇਸ਼ਰ ਕਾ ਥਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਸੰਪਾਦਨਾ ਕਰਵਾ ਦਿੱਤੀ, ਔਰ ਇਸ ਬਾਣੀ ਦਾ ਪ੍ਰਕਾਸ਼, ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਕੀਤਾ ਗਿਆ। ਉੱਥੇ ਕੇਵਲ ਸਿੱਖ ਸੰਗਤਾਂ ਹੀ ਨਮਸਕਾਰ ਕਰਨ ਨਹੀਂ ਆਈਆਂ, ਬਲਕਿ ਉਸ ਵੇਲੇ ਦੇਵੀ ਦੇਵਤਿਆਂ ਨੇ ਵੀ ਆਕਾਸ਼ ਦੇ ਵਿੱਚੋਂ ਫੁੱਲ ਬਰਸਾਏ। ਬਹੁਤ ਸਾਰੇ ਦੇਵੀ ਦੇਵਤੇ ਆਪਣੇ ਆਪ ਨੂੰ ਸਫਲਿਆ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਆਉਂਦੇ ਰਹੇ, ਤੇ ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਦੇਵੀ ਦੇਵਤੇ ਆ ਕੇ ਬਹਿੰਦੇ ਆ। ਇਤਿਹਾਸ ਵਿੱਚ ਬਹੁਤ ਵਾਰ ਜ਼ਿਕਰ ਆਇਆ ਹੈ। ਇਹ ਜਿਹੜਾ ਇੰਦਰ ਦੇਵਤਾ, ਉਹ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਸ੍ਰੀ ਦਰਬਾਰ ਸਾਹਿਬ ਆਉਂਦਾ। ਵਿਸ਼ਨੂੰ ਦੇਵਤਾ ਵੀ ਆਇਆ। ਜਿਸ ਵੇਲੇ ਸਰੋਵਰ ਦੀ ਸੇਵਾ ਚੱਲ ਰਹੀ ਹੈ, ਸ੍ਰੀ ਅੰਮ੍ਰਿਤ ਸਰੋਵਰ ਦੀ, ਉਸ ਵੇਲੇ ਕਾਰ ਸੇਵਾ ਦੇ ਵਿੱਚ ਇਹ ਦੇਵੀ ਦੇਵਤੇ ਵੀ ਆ ਕੇ ਆਪਣੇ ਆਪ ਨੂੰ ਸਫਲਾ ਕਰਦੇ ਰਹੇ ਸੇਵਾ ਵਿੱਚ, ਔਰ ਸਤਿਗੁਰੂ ਦੀ ਬਾਣੀ ਨੂੰ ਆ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਉਹਨਾਂ ਨੂੰ ਆ ਕੇ ਨਮਸਕਾਰਾਂ ਕਰਦੇ ਰਹੇ। ਕਿਉਂਕਿ ਦੇਵੀ ਦੇਵਤੇ ਸਾਰੇ ਸਤਿਗੁਰੂ ਦੇ ਬਣਾਏ ਹੋਏ ਆ ਨਾ, ਵਾਹਿਗੁਰੂ ਦੇ ਬਣਾਏ ਹੋਏ ਆ, ਤੇ ਸਤਿਗੁਰੂ ਦਾ ਹੁਕਮ ਤਾਂ ਸਾਰਿਆਂ ਦੇ ਉੱਤੇ ਚੱਲਦਾ। ਜਿੱਧਰ ਹੁਕਮ ਕਰਦੇ ਆ ਸਾਰੇ ਆਉਂਦੇ ਆ, ਸ਼ਰਧਾ ਭਾਵਨਾ ਨਾਲ ਆਉਂਦੇ ਆ। ਇੰਦਰ ਵਰਗੇ ਦੇਵਤੇ ਵੀ ਆਏ, ਆ ਕੇ ਬੇਨਤੀਆਂ ਕੀਤੀਆਂ, ਮਹਾਰਾਜ ਸਾਨੂੰ ਵੀ ਸੇਵਾ ਵਿੱਚ ਕੁਝ ਸਮਾਂ ਬਖਸ਼ੋ, ਅਸੀਂ ਵੀ ਸੇਵਾ ਕਰ ਸਕੀਏ। ਤੇ ਨਾਲੇ ਮਹਾਰਾਜ ਆਪ ਜੀ ਜਦੋਂ ਆ ਲੋਕ ਤੋਂ ਸੱਚਖੰਡ ਵਿਖੇ ਜਾਓਗੇ ਨਾ, ਆਪ ਜੀ ਕਿਰਪਾ ਕਰ ਦਿਓ ਕਿ ਇਹਨਾਂ ਸਿੱਖਾਂ ਨੂੰ ਗੁਰਬਾਣੀ ਬਖਸ਼ ਦਿੱਤੀ ਹੈ, ਇਹਨਾਂ ਦੇ ਟੋਲਿਆਂ ਦੇ ਟੋਲੇ, ਵੱਡੇ ਜਥਿਆਂ ਦੇ ਜਥੇ ਤੁਹਾਡੇ ਜਿਹੜੇ ਐ ਸਿੱਖ ਮੁਕਤ ਹੋ ਕੇ ਸਿੱਧੇ ਸੱਚਖੰਡ ਹੀ ਜਾ ਰਹੇ ਐ। ਮੇਰੇ ਕੋਲ ਸਵਰਗ ਵਿੱਚ ਨਹੀਂ ਆਉਂਦਾ ਕੋਈ ਵੀ, ਕਿਉਂਕਿ ਸਵਰਗ ਨਰਕ ਤੋਂ ਤਾਂ ਸਿੱਖ ਗੁਰੂ ਕੇ ਉੱਪਰ ਹੈ ਨਾ। ਸੱਚਖੰਡ ਦੀ ਆਈ ਹੋਈ ਬਾਣੀ ਨਾਲ, ਧੁਰਕੀ ਆਈ ਬਾਣੀ ਨਾਲ ਜਿਹੜੇ ਸਿੱਖ ਜੁੜਦੇ ਐ, ਉਹ ਸਿੱਧੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਹੀ ਜਾਂਦੇ ਆ। ਉਹਨਾਂ ਨੂੰ ਰੇ ਰੇ ਦਰਗਾਹ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਵ। ਉਹਨਾਂ ਦਾ ਆਦਰ ਮਾਣ ਸਤਿਕਾਰ ਧਰਮ ਰਾਜੇ ਦੇ ਦੂਤ ਵੀ ਕਰਦੇ ਐ, ਦੇਵੀ ਦੇਵਤੇ ਵੀ ਕਰਦੇ ਆ। ਬੜੇ ਆਦਰ ਸਤਿਕਾਰ ਸਹਿਤ ਗੁਰੂ ਕੇ ਸਿੱਖਾਂ ਨੂੰ ਸੱਚਖੰਡ ਵਿੱਚ ਜਗ੍ਹਾ ਮਿਲਦੀ ਹੈ। ਉਹ ਸਵਰਗ ਨਰਕ ਦੇ ਵਿੱਚ ਨਹੀਂ ਪੈਂਦੇ। ਸਵਰਗ ਨਰਕ ਦੇ ਵਿੱਚ ਪਾਪੀ ਤੇ ਪੁੰਨੀ ਲੋਕ ਜਾਂਦੇ ਆ। ਜਿਹੜੇ ਪੁੰਨੀ ਲੋਕ ਆ, ਪੁੰਨਾਂ ਦਾ ਫਲ ਭੋਗਣ ਵਾਸਤੇ ਉਹ ਸਵਰਗਾਂ ਵਿੱਚ ਚਲੇ ਜਾਂਦੇ ਆ, ਤੇ ਜਿਹੜੇ ਪਾਪੀ ਲੋਕ ਆ ਉਹ ਨਰਕਾਂ ਵਿੱਚ ਜਾ ਕੇ ਪਾਪਾਂ ਦੀ ਸਜ਼ਾ ਭੁਗਤਦੇ ਆ। ਪਰ ਗੁਰੂ ਕੇ ਸਿੱਖ ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਉ ਰਾਦੇ, ਹਮ ਕਾਹੂ ਕੀ ਕਾਣ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਅਸੀਂ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਦੀ ਕਾਨ ਕਨੌੜ ਨਹੀਂ ਰੱਖਦੇ। ਗੁਰੂ ਕੇ ਸਿੱਖ ਕਹਿੰਦੇ ਅਸੀਂ ਤਾਂ ਸਿੱਧੇ ਹੀ ਸੱਚਖੰਡ, ਸਾਡਾ ਸਿੱਧਾ ਗੁਰੂ ਨਾਲ ਸੰਬੰਧ ਹੈ। ਸੋ ਬੇਨਤੀ ਕੀਤੀ, ਮਹਾਰਾਜ ਬਹੁਤ ਸਾਰੇ ਸਿੱਖ ਤਾਂ ਤੁਹਾਡੇ ਮੁਕਤ ਹੋ ਕੇ ਸਿੱਧੇ ਸੱਚਖੰਡ ਜਾਂਦੇ ਆ। ਆਪ ਜੀ ਜਦੋਂ ਸੱਚਖੰਡ ਵਾਪਸੀ ਕਰੋਗੇ ਨਾ, ਆਪ ਜੀ ਕਿਰਪਾ ਕਰਿਓ, ਉਸ ਵੇਲੇ ਆਪ ਜੀ ਮੇਰੇ ਬੈਕੁੰਠ ਵਿੱਚੋਂ ਦੀ, ਸਵਰਗਪੁਰੀ ਵਿੱਚੋਂ ਦੀ ਹੋ ਕੇ ਜਾਇਓ, ਮੈਨੂੰ ਦਰਸ਼ਨ ਦੇ ਕੇ ਜਾਇਓ, ਨਿਹਾਲ ਕਰਿਓ, ਚਰਨ ਪਾ ਕੇ ਜਾਇਓ। ਤੇ ਸਾਧ ਸੰਗਤ ਜੀ, ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਆ ਸਰੀਰਕ ਜਾਮਾ ਤਿਆਗ ਕੇ ਗਏ ਆ ਨਾ ਸੱਚਖੰਡ, ਉਸ ਵੇਲੇ ਇਹ ਇੰਦਰ ਨੂੰ ਦਰਸ਼ਨ ਦੇ ਕੇ ਗਏ ਆ। ਦੇਵਪੁਰੀ ਮੈਂ ਗਇਓ, ਸਤਿਗੁਰ ਦੀ ਬਾਣੀ ਦੇ ਵਿੱਚ ਬਚਨ ਆਉਂਦੇ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇਵਪੁਰੀ ਦੇ ਵਿੱਚ ਹੋ ਕੇ ਗਏ। ਸੋ ਇਸ ਪ੍ਰਕਾਰ
ਇਹ ਸਾਰੇ ਦੇਵੀ ਦੇਵਤੇ ਵੀ ਜਿਸ ਗੁਰਬਾਣੀ ਨੂੰ ਮੰਨਦੇ ਆ, ਸਮਸਤ ਸੰਸਾਰ ਦੇ ਜੀਵ ਜਿਸ ਨੂੰ ਉੱਤਮ ਮੰਨਦੇ ਹਨ। ਜਗ ਰਾਨੀ ਮਾਨੀ ਸੁਰਨ, ਜਿਹੜੀ ਦੇਵੀ ਦੇਵਤਿਆਂ ਵੱਲੋਂ ਵੀ ਸਾਰੇ ਲੋਕਾਂ ਵੱਲੋਂ ਗੁਰੂ ਕੀ ਬਾਣੀ ਹੈ ਜਿਹੜੀ ਉੱਤਮ ਮੰਨੀ ਗਈ ਹੈ। ਸੁਖਦਾਨੀ ਨਿਜ ਦਾਸ ਔਰ ਜਿਹੜੇ ਸ਼ਰਧਾ ਭਾਵਨਾ ਇਸ ਗੁਰਬਾਣੀ ਉੱਤੇ ਕਰਦੇ ਆ, ਆਪਣੇ ਦਾਸਾਂ ਨੂੰ ਸੁਖ ਦੇਣ ਵਾਲੀ ਇਹ ਗੁਰੂ ਕੀ ਬਾਣੀ ਹੈ। ਪੂਰਨ ਕੀਨਸ ਗ੍ਰੰਥ ਕੋ ਮੈਂ ਹੁਣ ਇਸ ਗ੍ਰੰਥ ਨੂੰ ਪੂਰਿਆਂ ਕਰਾਂਗਾ। ਰਸਨਾ ਪਰਬਾਸ ਉਹ ਗੁਰੂ ਕੀ ਬਾਣੀ ਮੇਰੀ ਰਸਨਾ ਉੱਤੇ ਵਸੇ। ਉਹ ਗੁਰੂ ਕੀ ਬਾਣੀ ਦੇ ਕਾਰਨ ਮੇਰੀ ਰਸਨਾ ਦੇ ਉੱਤੇ ਮਿਠਾਸ ਰਹੇ। ਮੈਂ ਕੋਈ ਕੌੜਾ ਬਚਨ ਨਾ ਬੋਲਾਂ। ਮੈਂ ਜਿਹੜੇ ਬਚਨ ਲਿਖਾਂ ਉਹ ਕਿਸੇ ਦੇ ਹਿਰਦਿਆਂ ਨੂੰ ਦਿਖਾਉਣ ਵਾਲੇ ਨਾ ਹੋਣ। ਸੋ ਐਸੇ ਬਚਨ ਮੈਂ ਇਸ ਗੁਰਬਾਣੀ ਦੀ ਕਿਰਪਾ ਦੇ ਨਾਲ, ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਲਿਖਾਂ, ਜਿਸ ਕਾਰਨ ਗੁਰਬਾਣੀ ਦੀ ਸਹਾਇਤਾ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੀ ਸਹਾਇਤਾ ਨਾਲ ਮੈਂ ਇਹ ਗ੍ਰੰਥ ਪੂਰਾ ਕਰ ਸਕਾਂ ਇਤਿਹਾਸ ਦਾ। ਗੁਰੂ ਸਾਹਿਬਾਂ ਦਾ ਮੰਗਲ। ਫਿਰ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਰਨ ਤੋਂ ਬਾਅਦ, ਗੁਰਬਾਣੀ ਦਾ ਮੰਗਲ ਕਰਨ ਤੋਂ ਬਾਅਦ ਆਪਣੇ ਦਸੇ ਹੀ ਗੁਰੂ ਸਾਹਿਬਾਨਾਂ ਦਾ, ਇਸ਼ਟ ਗੁਰੂ ਦਾ ਮੰਗਲ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਰਦੇ ਹਨ। ਸ੍ਰੀ ਨਾਨਕ ਅੰਗਦ ਗੁਰੂ ਸ਼੍ਰੀ ਕਹੀਏ ਸ਼ੋਭਾਮਾਨ ਸ਼ੁਭਾਏ ਮਾਨ ਸਭ ਤੋਂ ਸ਼੍ਰੋਮਣੀ ਜਿਹੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ, ਔਰ ਆਪਣੇ ਸਿੱਖਾਂ ਨੂੰ ਵੀ ਸ਼ੋਭਾ ਵਡਿਆਈ ਬਖਸ਼ਣ ਵਾਲੇ ਹਨ। ਇਸੇ ਪ੍ਰਕਾਰ ਅੰਗਦ ਗੁਰੂ, ਦੂਜੇ ਗੁਰੂ ਸਾਹਿਬ ਸਤਿਗੁਰੂ ਨਾਨਕ ਦਾ ਸਰੂਪ, ਉਹੀ ਜੋਤ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਹੜੇ ਸਦਾ ਹੀ ਆਪਣੇ ਸਿੱਖਾਂ ਦੇ ਅੰਗ ਸੰਗ ਵਰਤਣ ਵਾਲੇ ਹਨ, ਸਦਾ ਹੀ ਆਪਣੇ ਸਿੱਖਾਂ ਦਾ ਪੱਖ ਪੂਰਨ ਵਾਲੇ ਹਨ। ਅਮਰਦਾਸ ਬਲਵੰਤ ਔਰ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜੇ ਆਪਣੇ ਦਾਸਾਂ ਨੂੰ ਅਮਰ ਪਦ ਵੀ ਬਖਸ਼ਣ ਵਾਲੇ ਹਨ। ਦਾਸ ਕਵੀ ਸੰਤੋਖ ਸਿੰਘ ਉਹਨਾਂ ਦੇ ਚਰਨਾਂ ਉੱਤੇ ਬੰਦਨਾ ਕਰਦਾ, ਨਮਸਕਾਰ ਕਰਦਾ ਹੈ। ਰਾਮਦਾਸ ਅਰਜਨ ਗੁਰੂ ਇਸੇ ਪ੍ਰਕਾਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ, ਜਿਹੜੇ ਆਪਣੇ ਦਾਸਾਂ ਨੂੰ, ਆਪਣੇ ਸੇਵਕਾਂ ਨੂੰ ਰਾਮ ਸਰੂਪ ਬਣਾਉਣ ਵਾਲੇ ਹਨ, ਵਾਹਿਗੁਰੂ ਦਾ ਸਰੂਪ, ਵਾਹਿਗੁਰੂ ਨਾਲ ਇਕਮਿਕ ਕਰਨ ਵਾਲੇ ਹਨ। ਔਰ ਅਰਜਨ ਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਪੰਜਵਾਂ ਜਾਮਾ, ਸ਼ਹੀਦਾਂ ਦੇ ਸਰਤਾਜ, ਜਿਹੜੇ ਅਰਜਨ ਗੁਰੂ ਹਨ, ਪੰਜਵੇਂ ਗੁਰੂ ਅਰਜਨ ਦੇਵ ਮਹਾਰਾਜ, ਜਿਹੜੇ ਆਪਣੇ ਸਿੱਖਾਂ ਦੀਆਂ ਅਰਜ਼ਾਂ ਪੂਰੀਆਂ ਕਰਨ ਵਾਲੇ, ਬੇਨਤੀਆਂ ਪੂਰਨ ਕਰਨ ਵਾਲੇ ਹਨ। ਸ੍ਰੀ ਹਰਗੋਬਿੰਦ ਇਸੇ ਤਰ੍ਹਾਂ ਬਰਕੀਏ ਸ੍ਰੇਸ਼ਟ ਸੋਹਣੇ ਸੁਭਾਏ ਮਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ। ਔਰ ਅੰਤ ਵਿੱਚ ਆਖਿਆ ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਐਸੇ ਬਲੀ ਸੂਰਮੇ, ਸ੍ਰੇਸ਼ਟ ਸੂਰਮੇ, ਸ੍ਰੇਸ਼ਟ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਨੂੰ ਵੀ ਨਮਸਕਾਰ ਹੈ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਇਸੇ ਪ੍ਰਕਾਰ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਮਹਾਰਾਜ, ਜਿਹੜੇ ਰਾਏ ਪ੍ਰਕਾਸ਼ ਕਰਨ ਵਾਲੇ ਹਨ, ਆਪਣੇ ਸਿੱਖਾਂ ਨੂੰ ਚਾਨਣਾ ਬਖਸ਼ਣ ਵਾਲੇ, ਗਿਆਨ ਬਖਸ਼ਣ ਵਾਲੇ, ਔਰ ਹਰ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਵਿਆਪਕ ਹਨ, ਹਰ ਇੱਕ ਨੂੰ ਹਰਿਆਂ ਭਰਿਆਂ ਕਰਨ ਵਾਲੇ ਹਨ, ਹਰ ਇੱਕ ਦੇ ਮਦਦਗਾਰ ਹਨ। ਹਰਿ ਕ੍ਰਿਸ਼ਨ ਗੁਰ, ਔਰ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈਆ, ਜਿਸ ਡਿਠੇ ਸਭ ਦੁੱਖ ਜਾਏ। ਧੰਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ, ਜਿਹੜੇ ਸਿੱਖਾਂ ਸੇਵਕਾਂ ਦੇ ਹਰ ਪ੍ਰਕਾਰ ਦੇ ਦੁੱਖ ਦੂਰ ਕਰਨ ਵਾਲੇ ਹਨ। ਤੇਗ ਬਹਾਦਰ ਚੰਦ ਇਸੇ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਹਿੰਦ ਦੀ ਚਾਦਰ, ਜਿਹੜੇ ਚੰਦ ਸਰੂਪ ਹਨ, ਜਿਵੇਂ ਚੰਦਰਮਾ ਵਿੱਚ ਸ਼ੀਤਲਤਾ ਨਾ, ਇਉਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਠੰਡਾ ਸ਼ੀਤਲ ਸੁਭਾਅ ਹੈ। ਜਿਵੇਂ ਚੰਦਰਮਾ ਚਾਨਣੀ ਕਰਕੇ ਲੋਕਾਂ ਨੂੰ ਰਸਤਾ ਦਿਖਾਉਂਦਾ, ਇਵੇਂ ਸਤਿਗੁਰੂ ਜੀ ਵੀ ਠੰਡੇ ਮਿੱਠੇ ਬਚਨ ਕਰਕੇ, ਨਿਮਰਤਾ ਪੂਰਨ ਵਚਨ ਕਰਕੇ ਗੁਰੂ ਕੇ ਸਿੱਖਾਂ ਨੂੰ ਰਸਤਾ ਦਿਖਾਉਣ ਵਾਲੇ ਹਨ, ਗੁਰਬਾਣੀ ਦਾ ਚਾਨਣਾ ਬਖਸ਼ਣ ਵਾਲੇ ਹਨ। ਦਸਵੇਂ ਗੋਬਿੰਦ ਸਿੰਘ ਗੁਰੂ ਇਸੇ ਪ੍ਰਕਾਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਹੜੇ ਸਾਧ ਸੰਗਤ ਜੀ ਸਿੱਖਾਂ ਨੂੰ ਗਿਆਨ ਦੀ ਦਾਤ, ਸਿੱਖਾਂ ਨੂੰ ਸੂਰਬੀਰਤਾ ਬਖਸ਼ਣ ਵਾਲੇ ਹਨ। ਨਮੋ ਚਰਨ ਅਰਵਿੰਦ ਮੈਂ ਦਸੇ ਹੀ ਪਾਤਸ਼ਾਹੀਆਂ ਦੇ ਚਰਨਾਂ ਦੇ ਉੱਤੇ, ਚਰਨ ਕਮਲਾਂ ਦੇ ਉੱਤੇ, ਅਰਵਿੰਦ ਨਾਮ ਕਮਲ ਦਾ ਹੈ,
ਚਰਨ ਕਮਲਾਂ ਦੇ ਉੱਤੇ ਨਮਸਕਾਰ ਕਰਦਾ ਹਾਂ। ਏਕ ਦੇਵ ਸ੍ਰੀ ਅਕਾਲ ਪੁਰਖ ਮੰਗਲ। ਅੱਗੇ ਇਸ਼ਟ ਦੇਵ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲ ਕਰਦੇ ਹਨ। ਜੇ ਸੱਤਾ ਲਖੀਅਤ ਜਗਤ ਸੋ। ਜਿਸ ਵਾਹਿਗੁਰੂ ਪਰਮੇਸ਼ਰ ਦੀ ਸੱਤਾ ਦਾ ਕਰਕੇ, ਜਿਸ ਦੀ ਹੋਂਦ ਦਾ ਕਰਕੇ, ਜਿਸ ਦੀ ਸ਼ਕਤੀ ਦਾ ਕਰਕੇ, ਜਿਸ ਦੇ ਆਸਰੇ ਦਾ ਕਰਕੇ ਇਹ ਸਾਰਾ ਸੰਸਾਰ ਲਖੀਅਤ ਜਾਣਿਆ ਜਾਂਦਾ ਹੈ। ਸਾਰੇ ਸੰਸਾਰ ਨੂੰ ਆਪਾਂ ਉਹ ਵਾਹਿਗੁਰੂ ਪਰਮੇਸ਼ਰ ਦੀ ਸੱਤਾ ਸ਼ਕਤੀ ਦੇ ਨਾਲ ਜਾਣਦੇ ਹਾਂ। ਨਾਮ ਬਿਓ ਕਿ ਮਜਾਈ। ਔਰ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਉਹਦੇ ਆਸਰੇ ਕਰਕੇ ਆਪਾਂ ਸਾਰੇ ਸੰਸਾਰ ਨੂੰ ਵੇਖਦੇ ਆਂ, ਪਰ ਉਹ ਵਾਹਿਗੁਰੂ ਪਰਮੇਸ਼ਰ ਦੀ ਦ੍ਰਿਸ਼ਟੀ ਵਿੱਚ ਆਉਂਦਾ, ਉਹਨੂੰ ਅਸੀਂ ਦੇਖ ਨਹੀਂ ਸਕਦੇ। ਜਿਮ ਦ੍ਰਿਗ ਤੇ ਦੇਖੀਅਤ ਸਗਲ। ਅੱਗੇ ਪ੍ਰਮਾਣ ਦਿੰਦੇ ਆ ਕਿ ਜਿਵੇਂ ਕਹਿੰਦੇ ਦ੍ਰਿਗ ਨਾਮ ਹੈ ਅੱਖਾਂ ਦਾ, ਨੇਤਰਾਂ ਦਾ। ਜਿਵੇਂ ਇਹਨਾਂ ਅੱਖਾਂ ਨਾਲ, ਨੇਤਰਾਂ ਦੇ ਨਾਲ ਆਪਾਂ ਸਾਰਾ ਸੰਸਾਰ ਦੇਖ ਲੈਂਦੇ ਹਾਂ, ਦ੍ਰਿਗ ਨੇ ਦਿਖੀ ਕਦਾਈ। ਪਰ ਜਿਨ੍ਹਾਂ ਅੱਖਾਂ ਨਾਲ ਸੰਸਾਰ ਵੇਖਦੇ ਆ ਖਾਲਸਾ ਜੀ, ਕੀ ਇਹ ਅੱਖਾਂ ਨੂੰ ਵੀ ਅੱਖ ਆਪਣੇ ਆਪ ਨੂੰ ਦੇਖ ਸਕਦੀ ਹੈ? ਅੱਖ ਆਪਣੇ ਆਪ ਨੂੰ ਤਾਂ ਨਹੀਂ ਦੇਖ ਸਕਦੀ। ਇਹ ਅੱਖ ਨਾਲ ਸਾਰਾ ਸੰਸਾਰ ਆਪਾਂ ਦੇਖ ਸਕਦੇ ਆ, ਪਰ ਅੱਖ ਆਪਣੇ ਆਪ ਨੂੰ ਨਹੀਂ ਕਦੇ ਦ੍ਰਿਸ਼ਟੀ ਵਿੱਚ ਲਿਆ ਸਕਦੀ, ਕਦੇ ਆਪਣੇ ਆਪ ਨੂੰ ਨਹੀਂ ਦੇਖ ਸਕਦੀ। ਜਿਵੇਂ ਕਹਿੰਦੇ ਅੱਖ ਸਾਰਾ ਸੰਸਾਰ ਵੇਖਦੀ ਆ ਪਰ ਆਪਣੇ ਆਪ ਨੂੰ ਨਹੀਂ ਦੇਖ ਸਕਦੀ, ਇਸੇ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਆਪਾਂ ਸਾਰਾ ਸੰਸਾਰ ਤਾਂ ਵੇਖ ਲੈਂਦੇ ਆ, ਪਰ ਇਹਨਾਂ ਸਥੂਲ ਅੱਖਾਂ ਦੇ ਨਾਲ ਉਹ ਵਾਹਿਗੁਰੂ ਨੂੰ ਨਹੀਂ ਦੇਖ ਸਕਦੇ, ਕਿਉਂਕਿ ਉਹ ਸਾਡਾ ਆਪਾ ਸਰੂਪ ਹੈ, ਸਾਡਾ ਆਤਮਾ ਸਰੂਪ ਹੈ। ਅਸੀਂ ਬਾਹਰ ਤਾਂ ਸਭ ਦੇਖ ਸਕਦੇ ਹਾਂ, ਪਰ ਸਾਡੇ ਅੰਦਰ ਵਸਦੇ ਉਹ ਵਾਹਿਗੁਰੂ ਨੂੰ ਅਸੀਂ ਇਹਨਾਂ ਅੱਖਾਂ ਨਾਲ ਨਹੀਂ ਦੇਖ ਸਕਦੇ। ਨਾਨਕ ਸੇ ਅੱਖੜੀਆਂ ਬਿਆਨ ਜਿਨੀ ਡਸੰਦੋ ਮਾਪਰੀ। ਜਿਨ੍ਹਾਂ ਨਾਲ ਮੇਰਾ ਪਿਆਰਾ ਦਿਖਦਾ ਉਹ ਆ ਅੱਖਾਂ ਨਹੀਂ ਚਮੜੇ ਦੀਆਂ, ਉਹ ਅੱਖਾਂ ਹੋਰ ਹੈ, ਉਹ ਸ਼ਰਧਾ ਭਾਵਨਾ ਦੇ ਨੇਤਰ ਹੈ, ਉਹ ਗੁਰੂ ਦੇ ਗਿਆਨ ਦੇ ਨੇਤਰ ਆ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਉਹ ਵਾਹਿਗੁਰੂ ਪਰਮੇਸ਼ਰ ਜਦੋਂ ਕਿਰਪਾ ਕਰਕੇ ਸਾਨੂੰ ਗਿਆਨ ਬਖਸ਼ਦਾ ਹੈ, ਜਦੋਂ ਗੁਰੂ ਕੀ ਬਾਣੀ ਸਾਨੂੰ ਗਿਆਨ ਬਖਸ਼ਦੀ ਹੈ ਨਾ, ਜਿਵੇਂ ਅੱਖਾਂ ਨੂੰ ਆਪਾਂ ਸਿੱਧਾ ਨਹੀਂ ਦੇਖ ਸਕਦੇ, ਬਾਕੀ ਸੰਸਾਰ ਅੱਖਾਂ ਨਾਲ ਵੇਖਦੇ ਆ, ਪਰ ਜੇ ਅੱਖ ਵੇਖਣੀ ਹੋਵੇ ਤਾਂ ਆਪਾਂ ਇੱਥੇ ਕਹਿ ਦੇਵਾਂਗੇ ਜੀ ਅੱਖ ਦੇਖਣੀ ਹੋਵੇ ਤਾਂ ਆਪਾਂ ਸ਼ੀਸ਼ੇ ਵਿੱਚ ਵੇਖ ਲਾਂਗੇ। ਆਪਣੀ ਅੱਖ ਕਿਉਂ ਨਹੀਂ ਦਿਖਦੀ? ਦਿਖ ਜਾਂਦੀ ਹੈ। ਜੇ ਸ਼ੀਸ਼ੇ ਵਿੱਚ ਦੇਖ ਲਈਏ, ਕੋਈ ਪਾਣੀ ਦਾ ਬਰਤਨ ਹੈ, ਕੋਈ ਜਲ ਦਾ ਸੋਮਾ ਟਿਕਿਆ ਹੋਇਆ, ਉਹਦੇ ਵਿੱਚ ਵੀ ਆਪਣਾ ਆਪ ਦਿਖ ਜਾਏਗਾ, ਅੱਖ ਦਿਖਾਈ ਦੇ ਜਾਵੇਗੀ। ਇਸੇ ਤਰ੍ਹਾਂ ਭਾਈ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਗਿਆਨ ਦੇ ਨੇਤਰ ਬਖਸ਼ਦੇ ਆ, ਉਦੋਂ ਫਿਰ ਅਸੀਂ ਆਪਣੀ ਅੱਖ ਨੂੰ, ਭਾਵ ਆਪਣੇ ਆਤਮ ਸਰੂਪ ਨੂੰ ਦੇਖ ਲੈਂਦੇ ਆ। ਜਦੋਂ ਗਿਆਨ ਦਾ ਚਾਨਣਾ ਹੁੰਦਾ ਨਾ, ਗੁਰਬਾਣੀ ਦੱਸਦੀ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਸ ਵੇਲੇ ਅਸੀਂ ਆਪਣੇ ਮੂਲ ਨੂੰ ਪਛਾਣਦੇ ਆ ਵੀ ਜੀਵ ਆਤਮਾ ਜਿਹੜੀ ਹੈ ਉਹ ਪਰਮ ਆਤਮਾ ਤੋਂ ਵੱਖਰੀ ਨਹੀਂ ਹੈ। ਭੁਲੇਖੇ ਕਰਕੇ ਅਸੀਂ ਵੱਖਰੇ ਹੋਏ ਆ, ਮਾਇਆ ਸਬਲ ਹੋ ਕੇ, ਮਾਇਆ ਦੇ ਪ੍ਰਭਾਵ ਕਰਕੇ ਅਸੀਂ ਆਪਣੇ ਆਪ ਨੂੰ ਵੱਖਰਾ ਪ੍ਰਤੀਤ ਕਰ ਰਹੇ ਹਾਂ, ਪਰ ਹਾਂ ਅਸੀਂ ਉਹ ਪਰਮੇਸ਼ਰ ਦੀ ਅੰਸ਼। ਕਹੋ ਕਬੀਰ ਇਹੋ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮਾਨਸ। ਅਸੀਂ ਉਹ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੂਪ ਹਾਂ। ਇਹ ਜੀਵ ਆਤਮਾ ਉਹ ਪਰਮਾਤਮਾ ਤੋਂ ਵੱਖਰੀ ਹੋਈ, ਮਿਲਣਾ ਮੁੜ ਕੇ ਉਸੇ ਵਾਹਿਗੁਰੂ ਵਿੱਚ ਹੈ। ਇਹ ਗਿਆਨ ਸਾਨੂੰ ਸਤਿਗੁਰੂ ਜੀ, ਇਹ ਨੇਤਰ ਸਾਨੂੰ ਗੁਰਬਾਣੀ ਦਾ ਚਾਨਣਾ ਦੇ ਕੇ ਬਖਸ਼ਦੇ ਆ। ਸੋ ਇਸ ਪ੍ਰਕਾਰ ਅਸੀਂ ਇਹਨਾਂ ਨੇਤਰਾਂ ਨਾਲ ਉਹਨੂੰ ਦੇਖ ਸਕਦੇ ਹਾਂ, ਪਰ ਜਿਵੇਂ ਅੱਖ ਆਪਣੇ ਆਪ ਨੂੰ ਨਹੀਂ ਦੇਖ ਸਕਦੀ, ਇਸੇ ਤਰ੍ਹਾਂ ਅਸੀਂ ਆਪਣੇ ਅੰਦਰ ਬੈਠੇ ਹੋਏ ਪਰਮਾਤਮਾ ਨੂੰ ਨਹੀਂ ਦੇਖ ਸਕਦੇ। ਬਾਹਰੀ ਸੰਸਾਰ ਅਸੀਂ ਦੇਖਦੇ ਹਾਂ। ਧਿਆਨਾਨੰਦ ਜੋਗੀ ਨਮਹਿ। ਔਰ ਧਿਆਨਾਨੰਦ ਜਿਹੜੇ ਧਿਆਨ ਦੇ ਆਨੰਦ ਦੇ ਵਿੱਚ ਬੈਠੇ ਹੋਏ ਜੋਗੀ ਜਨ ਹਨ, ਜੁੜੇ ਹੋਏ ਹਨ ਵਾਹਿਗੁਰੂ ਪਰਮੇਸ਼ਰ ਵਿੱਚ। ਭੋਗੀ ਵਿਸ਼ਿਆਨੰਦ। ਤੇ ਜਿਹੜੇ ਭੋਗੀ ਲੋਕ ਐ, ਸੰਸਾਰ ਦੇ ਵਿਖਿਆ ਨੂੰ ਭੋਗਣ ਵਾਲੇ, ਸੰਸਾਰ ਦੇ ਪਦਾਰਥਾਂ ਨੂੰ ਭੋਗਣ ਵਾਲੇ ਸੰਸਾਰੀ ਜੀਵ ਹੈ ਜਿਤਨੇ, ਸੋ ਉਹਨਾਂ ਸਾਰਿਆਂ ਵਿੱਚ ਰਮਿਓ ਏਕ ਪਰਮਾਤਮਾ। ਇੱਕ ਵਾਹਿਗੁਰੂ ਪਰਮੇਸ਼ਰ ਹੀ ਰਮਿਆ ਹੋਇਆ ਹੈ। ਸਾਰਿਆਂ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਵਰਤ ਰਿਹਾ ਹੈ, ਜਿਹੜਾ ਸਮਾਨ ਸੱਤਾ ਕਰਕੇ ਸਾਰਿਆਂ ਵਿੱਚ ਵਿਆਪਕ ਹੈ, ਰਮਿਆ ਹੋਇਆ ਹੈ। ਸੋ ਸਾਧ ਸੰਗਤ ਜੀ, ਉਹ ਵਾਹਿਗੁਰੂ ਪਰਮੇਸ਼ਰ ਨੂੰ ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ, ਮੈਂ ਬਾਰ-ਬਾਰ ਬੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਕਹਿੰਦੇ ਹੁਣ ਬਾਕੀ ਰਹਿੰਦੀ ਜਿਹੜੀ ਸਤਿਗੁਰੂ ਸਾਹਿਬਾਨ ਦੀ ਕਥਾ ਹੈ, ਉਹ ਮੈਂ ਉਚਾਰਨ ਕਰਦਾ ਹਾਂ ਮੰਗਲ ਕਰਨ ਤੋਂ ਬਾਅਦ। ਇਸ
ਇਸ ਕਥਾ ਵਿੱਚ ਇਸ 22ਵੇਂ ਭਾਗ ਵਿੱਚ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਤਮ ਭਾਗ ਦੇ ਵਿੱਚ ਕਥਾ ਕਿਹੜੀ ਆਵੇਗੀ ਦੱਸ ਰਹੇ ਹਨ। ਜਿਮ ਬੈਕੁੰਠ ਗੁਰ ਜਾਏ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਣਾ ਵਰਤਾ ਕੇ ਸੱਚਖੰਡ ਪਿਆਨਾ ਕਰਨਗੇ ਉਹ ਕਥਾ ਆਵੇਗੀ। ਪਹੁੰਚੈ ਅੰਤਰ ਨਗਰ ਮਹਿ, ਔਰ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਅਬਚਲ ਨਗਰ ਨੰਦੇੜ ਸ੍ਰੀ ਹਜੂਰ ਸਾਹਿਬ ਵਿਖੇ ਪਹੁੰਚਣਗੇ। ਸੁਨ ਸਰੋਤਾ ਚਿਤ ਲਾਈ, ਹੇ ਸਰੋਤਾ ਜਨੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਇਹ ਕਥਾ ਹੈ ਸੋ ਇਸ ਕਥਾ ਨੂੰ ਚਿੱਤ ਲਾ ਕੇ ਮਨ ਲਾ ਕੇ ਆਪ ਸਭ ਸੰਗਤਾਂ ਸਰਵਣ ਕਰੋ। ਇੱਥੋਂ ਅੱਗੇ ਭਾਈ ਸੰਤੋਖ ਸਿੰਘ ਜੀ ਜਿਵੇਂ ਸਤਿਗੁਰੂ ਸਾਹਿਬ ਜੀ ਦਾ ਇਤਿਹਾਸ ਲੜੀਵਾਰ ਅੱਗੇ ਲੜੀ ਜੋੜਨਗੇ, ਇਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ। ਸੋ ਅੱਜ ਦੀ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਜਾਚਨਾ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਇਸੇ ਪ੍ਰਕਾਰ ਜਿਵੇਂ ਸਤਿਗੁਰੂ ਜੀ ਨੇ ਪਿੱਛੇ ਸਾਰੀ ਕਥਾ ਭਾਈ ਸੰਤੋਖ ਸਿੰਘ ਜੀ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਲਿਖਾਈ ਹੈ ਤੇ ਅਗਾਂਹ ਵੀ ਲਿਖਾਉਣਗੇ। ਔਰ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਸਾਹਿਬ ਜੀ ਦੀ ਲਿਖੀ ਹੋਈ ਕਥਾ ਉਹ ਆਪਾਂ ਨੂੰ ਵਿਚਾਰਨ ਦਾ ਮੌਕਾ ਦਿੱਤਾ, ਆਪ ਕਿਰਪਾ ਕਰਕੇ ਸਤਿਗੁਰੂ ਜੀ ਕਥਾ ਕਰਵਾ ਰਹੇ ਹੈ। ਇਹ ਸਾਰੇ ਆਪਾਂ ਰਲ ਮਿਲ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਜੀ ਦੀ ਜਿਹੜੀ ਅੱਗੇ ਕਥਾ ਆ ਰਹੀ ਹੈ ਇਹ ਵੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪ ਸੇਵਾਵਾਂ ਲੈਣ, ਸਾਨੂੰ ਸਾਰਿਆਂ ਨੂੰ ਆਪਣੇ ਸੁੰਦਰਪੁਰ ਇਤਿਹਾਸ ਤੋਂ ਜਾਣੂ ਕਰਾਉਣ। ਜਿਵੇਂ ਜਿਵੇਂ ਸਤਿਗੁਰੂ ਜੀ ਨੇ ਕੌਤਕ ਵਰਤਾਏ, ਚੋਜ ਵਰਤਾਏ, ਇਸ ਕਥਾ ਨੂੰ ਆਪਾਂ ਅੱਗੇ ਸਰਵਣ ਕਰਾਂਗੇ। ਸੋ ਆਓ ਹੁਣ ਆਪਾਂ ਸਮਾਪਤੀ ਦੀਆਂ 2 ਤੁਕਾਂ ਪੜ੍ਹ ਕੇ ਗੁਰਫਤਿਹ ਦੀ ਸਾਂਝ ਕਰਾਂਗੇ। ਸੋ ਫਿਰ ਆਪਾਂ ਅਰਦਾਸ ਬੇਨਤੀ ਦੇ ਵਿੱਚ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ। ਆਓ ਬੜੇ ਪਿਆਰ ਦੇ ਨਾਲ ਸਮਾਪਤੀ ਕਰੀਏ ਜੀ। ਸ਼ੀਸ਼ ਕਥਾ ਉਚਰੋ ਅਬੈ, ਜਿਮ ਬੈਕੁੰਠ ਗੁਰ ਜਾਏ, ਪਹੁੰਚੈ ਅਬਚਲ ਨਗਰ ਮੈਂ, ਸੁਨ ਸੁਰਤਾ ਚਿਤ ਲਾਏ। हे गोविंद हे गोपाल हे दयाल लाल, प्राणनाथ नाथ सके दीन दर्द निवार। हे समर्थ आगम पूरन मोहे मया तार। अंधकूप महापयाना नानक पार उतार। आए प्रभ शरणागति कृपा निध दयाल। एक अखर हर मन बसत नानक होत निहाल। वाहिगुरु जी का खालसा, वाहिगुरु जी की फतेह।